ਮਾਨਯੋਗ ਰਾਜਵਿੰਦਰ ਜੀ ਬਤੌਰ ਇਕਨੋਮਿਕਸ ਲੈਕਚਰਰ ਸਾਡੇ ਵਿਚਕਾਰ ਹਾਜ਼ਰ ਹੈਗੇ ਨੇ। ਰਾਜਵਿੰਦਰ ਜੀ, ਹੁਣੇ ਤੁਹਾਡੇ ਸੈਮੀਨਾਰ ਲੱਗੇ ਹੈਗੇ ਨੇ ਟੀਚਰ ਟ੍ਰੇਨਿੰਗ ਪ੍ਰੋਗਰਾਮ ਦੇ, ਉੱਥੇ ਫਿਜ਼ੀਕਲ ਪਾਲਿਸੀ ਜਿਹੜੀ ਹੋਈ ਹੈ ਉਹ ਵੀ ਤੁਸੀਂ ਸੰਬੋਧਨ ਦਿੱਤਾ ਬਤੌਰ ਡੀਆਰਪੀ ਅੰਮ੍ਰਿਤਸਰ। ਅਸੀਂ ਚਾਹੁੰਦੇ ਹਾਂ ਕਿ ਬੱਚਿਆਂ ਦੇ ਪੁਆਇੰਟ ਆਫ ਵਿਊ ਨਾਲ ਤੇ ਟੀਚਰ ਦੇ ਪੁਆਇੰਟ ਆਫ ਵਿਊ ਨਾਲ ਇਹਨੂੰ ਆਪਾਂ ਹੋਰ ਡਿਟੇਲ ਸਮਝੀਏ, ਤੇ ਆਹ ਵੀਡੀਓ ਜਿਹੜਾ ਹੈਗਾ ਸਦਾ ਵਾਸਤੇ ਵੀ YouTube ਤੇ ਰਹੇਗਾ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਹਦੇ 'ਚ ਜਿਹੜੀਆਂ ਤੁਸੀਂ ਗੱਲਾਂ ਦੱਸੋਗੇ ਉਹ ਹੋ ਸਕਦਾ ਆ ਸੈਂਕੜੇ ਸਾਲਾਂ ਤੱਕ ਬੱਚੇ ਅਤੇ ਵਿਦਿਆਰਥੀ ਅਤੇ ਸਾਡੇ ਜਿਹੜੇ ਟੀਚਰ ਸਾਹਿਬਾਨ ਹੈਗੇ ਨੇ ਉਹ ਸੁਣਦੇ ਸਿੱਖਦੇ ਰਵਾਂਗੇ। ਤੇ ਸਵਾਗਤ ਹੈ ਰੀਅਲ ਇਨਫੋ ਦੇ ਸਟੂਡੀਓ 'ਚ। ਧੰਨਵਾਦ ਪਹਿਲਾਂ ਰੀਅਲ ਇਨਫੋ ਦਾ ਜਿਨ੍ਹਾਂ ਨੇ ਸਾਨੂੰ ਇਹ ਸਟੂਡੀਓ भी ਦਿੱਤਾ। ਰਾਜਵਿੰਦਰ ਜੀ बहुत बहुत स्वागत। थैंक यू अमृतपाल जी। ਅੱਜ ਮੌਕਾ ਮਿਲਿਆ ਹੈ ਕਿ ਆਪ ਸਭ ਦੇ ਨਾਲ ਫਿਜ਼ੀਕਲ ਪਾਲਿਸੀ ਜਿਹੜਾ ਹੈ ਉਹਦੇ ਬਾਰੇ ਅਸੀਂ ਡਿਸਕਸ ਕਰੀਏ। ਔਰ ਇਹ ਫਿਜ਼ੀਕਲ ਪਾਲਿਸੀ ਜਿਹੜੀ ਹੈ ਅਸੀਂ ਇਸ ਦੇ ਟੌਪਿਕਸ ਜਿਹੜੇ ਨੇ ਆਪਣੇ ਰੀਸੈਂਟਲੀ ਜਿਹੜੇ ਸਾਡੇ ਸੈਮੀਨਾਰ ਆਰਗੇਨਾਈਜ਼ ਕੀਤੇ ਗਏ ਸੀਗੇ ਲੈਕਚਰਰ ਟ੍ਰੇਨਿੰਗ ਦੇ, ਉਹਦੇ ਵਿੱਚ ਵੀ ਅਸੀਂ ਆਪਣੇ ਜਿਹੜੇ ਲੈਕਚਰਰ ਸਾਥੀ ਸੀਗੇ ਉਹਨਾਂ ਨਾਲ ਡਿਸਕਸ ਕੀਤਾ। ਔਰ ਸਾਨੂੰ ਲੱਗਾ ਵੀ ਇਹ ਚੀਜ਼ ਨੂੰ ਅਸੀਂ ਇੱਕ ਵੀਡੀਓ ਦੇ ਰੂਪ ਦੇ ਵਿੱਚ ਬੱਚਿਆਂ ਤੱਕ ਔਰ ਅਧਿਆਪਕਾਂ ਤੱਕ ਪਹੁੰਚਾਈਏ ਤਾਂ ਕਿ ਸਾਰੇ ਇਹ ਤੋਂ ਲਾਹੇਵੰਦ ਹੋ ਸਕਣ ਜੀ। ਔਰ ਇਸ ਟੌਪਿਕ ਨੂੰ ਸ਼ੁਰੂ ਕਰਨ ਤੋਂ ਪਹਿਲੇ ਮੈਂ ਇੱਕ ਚੀਜ਼ ਹੋਰ ਇੰਪੋਰਟੈਂਟ ਦੱਸਣਾ ਚਾਹਾਂਗਾ ਕਿ ਜਿਸ ਤਰ੍ਹਾਂ ਸਾਰੇ ਬੱਚਿਆਂ ਨੂੰ ਪਤਾ ਹੀ ਹੈ ਕਿ ਉਹਨਾਂ ਦੇ ਐਗਜ਼ਾਮ ਜਿਹੜੇ ਨੇ ਫੈਬਰਵਰੀ ਮੰਥ ਤੋਂ ਸ਼ੁਰੂ ਹੋ ਰਹੇ ਨੇ। ਔਰ ਇਹ ਟੌਪਿਕ ਜਿਹੜੇ ਨੇ ਜੇ ਅਸੀਂ ਧਿਆਨ ਦੇ ਨਾਲ ਅਸੀਂ ਇਸ ਸਲਾਈਡ ਨੂੰ ਪੜ੍ਹ ਲੈਂਦੇ ਹਾਂ ਤੇ ਲਗਭਗ ਅਸੀਂ ਆਪਣਾ ਪੂਰਾ ਇੱਕ ਕੁਐਸਚਨ ਜਿਹੜਾ ਛੋਟਾ ਔਰ ਵੱਡਾ ਕੁਐਸਚਨ ਅਸੀਂ ਤਿਆਰ ਕਰ ਲੈਂਦੇ ਹਾਂ 6 ਨੰਬਰਾਂ ਦਾ। ਔਰ ਮੈਂ ਆਸ ਕਰਦਾ ਕਿ ਸਾਰੇ ਬਹੁਤ ਧਿਆਨ ਦੇ ਨਾਲ ਇਹਨੂੰ ਦੇਖਣਗੇ ਔਰ ਇਹਨੂੰ ਸਮਝਣ ਦੀ ਕੋਸ਼ਿਸ਼ ਕਰਨਗੇ। ਫਿਜ਼ੀਕਲ ਪਾਲਿਸੀ ਨੂੰ ਡਿਸਕਸ ਕਰਨ ਤੋਂ ਪਹਿਲੇ ਮੈਂ ਦੋ ਚੀਜ਼ਾਂ ਦਾ ਕੰਪੈਰੀਜ਼ਨ ਦੱਸਦਾ ਕਿ ਫਿਜ਼ੀਕਲ ਪਾਲਿਸੀ ਔਰ ਮੋਨੀਟਰੀ ਪਾਲਿਸੀ, ਦੋ ਪਾਲਿਸੀਆਂ ਦਾ ਨਾਮ ਬਹੁਤ ਜ਼ਿਆਦਾ ਤੁਸੀਂ ਅੱਜ ਕੱਲ੍ਹ ਚਰਚਾ 'ਚ ਅਖਬਾਰਾਂ 'ਚ ਤੁਸੀਂ ਸੁਣਿਆ ਵੀ ਹੋਏਗਾ। ਤੁਸੀਂ ਜਿਸ ਤਰ੍ਹਾਂ ਮੇਰੇ ਨਾਲ ਗੱਲ ਕਰ ਵੀ ਰਹੇ ਸੀ, ਪੁੱਛ ਰਹੇ ਸੀਗੇ। ਫਿਜ਼ੀਕਲ ਪਾਲਿਸੀ ਜਿਹੜੀ ਹੈ ਉਹ ਸਰਕਾਰ ਦੇ ਦੁਆਰਾ ਬਣਾਈ ਜਾਂਦੀ ਹੈ, ਮਿਨਿਸਟਰੀ ਆਫ ਫਾਈਨਾਂਸ ਦੇ ਦੁਆਰਾ ਬਣਾਈ ਜਾਂਦੀ ਹੈ। ਉਹ ਪਾਲਿਸੀ ਉਹ ਜਿਹੜੀ ਸਰਕਾਰ ਨੇ ਆਪਣੇ ਦੇਸ਼ ਨੂੰ ਚਲਾਉਣ ਵਾਸਤੇ ਕੁਝ ਪਾਲਿਸੀ ਬਣਾਉਣੀ ਹੈ ਉਹਨੂੰ ਅਸੀਂ ਫਿਜ਼ੀਕਲ ਪਾਲਿਸੀ ਕਹਿੰਦੇ ਹਾਂ। ਔਰ ਜਿਹੜਾ ਕਿਸੇ ਦੇਸ਼ ਦਾ ਕੋਈ ਸੈਂਟਰਲ ਬੈਂਕ, ਜਿਵੇਂ ਸਾਡੇ ਦੇਸ਼ ਦਾ ਸੈਂਟਰਲ ਬੈਂਕ RBI ਹੈ, ਰਿਜ਼ਰਵ ਬੈਂਕ ਆਫ ਇੰਡੀਆ ਹੈ, ਉਹ ਜੋ ਪਾਲਿਸੀ ਬਣਾਉਂਦਾ ਹੈ ਉਹਨੂੰ ਅਸੀਂ ਮੋਨੀਟਰੀ ਪਾਲਿਸੀ ਦਾ ਨਾਮ ਦਿੰਦੇ ਹਾਂ। ਸਭ ਤੋਂ ਪਹਿਲੇ ਤਾਂ ਇੱਕ ਡਿਫਰੈਂਸ ਬੱਚਿਆਂ ਨੂੰ ਕਲੀਅਰ ਹੋਣਾ ਚਾਹੀਦਾ ਕਿ ਫਿਜ਼ੀਕਲ ਪਾਲਿਸੀ ਕੌਣ ਬਣਾਉਂਦਾ ਹੈ ਔਰ ਜਿਹੜੀ ਮੋਨੀਟਰੀ ਪਾਲਿਸੀ ਜਿਹੜੀ ਉਹ ਕੌਣ ਫਾਰਮੂਲੇਟ ਕਰਦਾ ਹੈ। ਜੀ, ਦੋ ਪ੍ਰਕਾਰ ਦੀਆਂ ਪਾਲਿਸੀਆਂ ਕਾਫੀ ਚੱਲਦੀਆਂ ਨੇ ਨਾ, ਤੇ ਇਹ ਕਿਤੇ ਨਾ ਕਿਤੇ ਇਹ ਵੀ ਹੁੰਦਾ ਕਿ ਵੀ RBI ਵੱਲੋਂ ਹੈਗੀ ਆ ਜਾਂ ਗਵਰਨਮੈਂਟ ਵੱਲੋਂ ਬਣਾਈ ਜਾਂਦੀ ਹੈ। ਇਹਦੇ ਨਾਲ ਫਿਜ਼ੀਕਲ ਪਾਲਿਸੀ ਦੇਖੋ ਇੱਥੋਂ ਕਲੀਅਰ ਹੈ, ਸਲਾਈਡ 'ਚ ਬਹੁਤ ਕਲੀਅਰ ਕੱਟ ਹੈ ਕਿ ਫਿਜ਼ੀਕਲ ਮੀਨ ਕਿ ਸਟੇਟ ਟ੍ਰੈਜ਼ਰੀ, ਜਿਹੜੀ ਸਟੇਟ ਜਿਹੜੀ ਹੈ ਉਹ ਪਾਲਿਸੀ ਬਣਾਉਂਦੀ ਹੈ ਆਪਣੀ ਸਰਕਾਰ ਨੂੰ ਚਲਾਉਣ। ਸਰਕਾਰ ਦੇਖੋ ਬਹੁਤ ਸਾਰੇ ਫੰਕਸ਼ਨ ਕਰਦੀ ਕਿਸੇ ਦੇਸ਼ ਨੂੰ ਚਲਾਉਣ ਵਾਸਤੇ। ਉਹਨੇ ਜਿਹੜੇ ਨਿਯਮ ਬਣਾਉਣੇ ਨੇ, ਜਿਸ ਤਰ੍ਹਾਂ ਆਪਣੇ ਫੰਡਸ ਐਲੋਕੇਟ ਕਰਨੇ ਨੇ, ਕਿੱਥੋਂ ਉਧਾਰ ਲੈਣਾ, ਅਸੀਂ ਅੱਗੇ ਦੇਖਾਂਗੇ ਬਹੁਤ ਸਾਰੀ ਚੀਜ਼ਾਂ। ਉਹ ਰੈਵਨਿਊ ਕਿੱਦਾਂ ਜਨਰੇਟ ਕਰਨਾ, ਕਿੱਦਾਂ ਐਕਸਪੈਂਡਿਚਰ ਕਰਨਾ, ਇਹ ਸਭ ਇਹ ਫਿਜ਼ੀਕਲ ਪਾਲਿਸੀ ਦਾ ਜਿਹੜਾ ਹਿੱਸਾ ਹੁੰਦਾ ਹੈ। ਇਹਨੂੰ ਅਸੀਂ ਕੁੱਲ ਸਾਰੇ ਮੈਜ਼ਰ ਨੂੰ ਮਿਲਾ ਕੇ ਅਸੀਂ ਫਿਜ਼ੀਕਲ ਪਾਲਿਸੀ ਦਾ ਨਾਮ ਦਿੰਦੇ ਹਾਂ। ਸਾਨੂੰ ਕਲੀਅਰ ਹੋ ਰਿਹਾ ਕਿ ਫਿਜ਼ੀਕਲ ਪਾਲਿਸੀ ਕੀ ਹੈਗੀ ਆ। ਅਸੀਂ ਹੁਣ ਜਾਣਨਾ ਚਾਹੁੰਦੇ ਹਾਂ ਕਿ ਕੋਈ ਵੀ ਜਿਹੜਾ ਕੰਮ ਹੁੰਦਾ ਉਹਦੇ ਕੁਝ ਆਬਜੈਕਟਿਵਸ ਹੁੰਦੇ ਹੈਗੇ ਨੇ। ਬਿਲਕੁਲ, ਉਹ ਆਬਜੈਕਟਿਵ ਸਾਡੇ ਕੀ ਹੈਗੇ ਨੇ? ਫਿਜ਼ੀਕਲ ਪਾਲਿਸੀ ਜਿਹੜੀ ਹੈਗੀ ਆ ਇਹ ਸਰਕਾਰ ਕਿਸ ਮੰਤਵ ਨਾਲ ਬਣਾਉਂਦੀ ਹੈਗੀ? ਬਹੁਤ ਵਧੀਆ ਕੁਐਸਚਨ ਹੈ ਸਰ। ਜਦੋਂ ਤੱਕ ਸਾਨੂੰ ਪਤਾ ਹੀ ਨਹੀਂ ਕਿ ਕਿਸੇ ਚੀਜ਼ ਦਾ ਟਾਰਗੇਟ ਕੀ ਹੈ, ਕਿ ਉਹ ਚੀਜ਼ ਨੂੰ ਬਣਾਇਆ ਜਾਂਦਾ ਹੈ, ਉਹਦੇ ਕੀ ਫਾਇਦੇ ਨੇ, ਉਸ ਤੋਂ ਬਗੈਰ ਅਸੀਂ ਜਿਵੇਂ ਮੈਂ ਪਹਿਲੇ ਗੱਲ ਕੀਤੀ ਹੈ ਕਿ ਸਾਨੂੰ ਇਸ ਸਲਾਈਡ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ ਔਰ ਇਹਦਾ ਫਾਇਦਾ ਅਧਿਆਪਕ ਔਰ ਵਿਦਿਆਰਥੀ ਸਾਥੀ ਉਠਾ ਸਕਦੇ ਨੇ। ਤੇ ਇਹਦੇ ਆਬਜੈਕਟਿਵ ਜਿਹੜੇ ਫਿਜ਼ੀਕਲ ਪਾਲਿਸੀ ਦੇ ਨੇ, ਜਿਵੇਂ ਬੜਾ ਕਲੀਅਰ ਕੱਟ ਇੱਥੇ ਸਲਾਈਡ 'ਚ ਵੀ ਹੈ, ਮੋਬਿਲਾਈਜੇਸ਼ਨ ਆਫ ਦਾ ਰਿਸੋਰਸਿਸ। ਸਰਕਾਰ ਕੋ ਜਿਹੜੇ ਰਿਸੋਰਸਿਸ ਨੇ, ਡਿਫਰੈਂਟ ਟਾਈਪ ਆਫ ਰਿਸੋਰਸਿਸ ਨੇ, ਉਹਨਾਂ ਦਾ ਮੋਬਿਲਾਈਜੇਸ਼ਨ ਕਿਸ ਤਰੀਕੇ ਕਰਨਾ ਹੈ। ਹਰ ਸਮੇਂ ਤੇ ਪਾਲਿਸੀ ਬਦਲਦੀ ਹੈ। ਜੋ ਪਾਲਿਸੀ ਅੱਜ ਤੋਂ 10 ਸਾਲ ਪਹਿਲੇ ਸੀ ਜਾਂ 20 ਸਾਲ ਪਹਿਲੇ ਸੀ, ਅੱਜ ਭਾਰਤ ਸਰਕਾਰ ਦੀ ਪਾਲਿਸੀ ਉਹਦੇ ਨਾਲੋਂ ਟੋਟਲ ਡਿਫਰੈਂਟ ਹੈ, ਕਿਉਂਕਿ ਮੌਕੇ ਦੇ ਮੁਤਾਬਕ ਬਦਲਦੀ। ਉਸ ਕਿਸ ਰਿਸੋਰਸਿਸ ਨੂੰ ਡਿਵੈਲਪ ਕਰਨਾ ਹੈ, ਉਸ ਨੂੰ ਕਿਸ ਤਰ੍ਹਾਂ ਮੋਬਿਲਾਈਜ਼ ਕਰਨਾ ਹੈ ਔਰ ਉਸ ਦਾ ਕਿਸ ਤਰੀਕੇ ਦੇ ਨਾਲ ਫਾਇਦਾ ਦੇਣਾ ਹੈ ਦੇਸ਼ ਨੂੰ। ਫਾਈਨੈਂਸ਼ੀਅਲ ਰਿਸੋਰਸਿਸ ਜਿਹੜੇ ਨੇ, ਕਿਸ ਤਰੀਕੇ ਇਨਇਕੁਐਲਿਟੀਜ਼ ਜਿਹੜੀਆਂ ਨੇ ਇਨਕਮ ਔਰ ਵੈਲਥ ਦੇ ਵਿੱਚ ਉਹਨੂੰ ਘਟਾਉਣਾ ਹੈ। ਕਿਉਂਕਿ ਦੇਖੋ ਇਹੋ ਜਿਹਾ ਕਈ ਗੱਲ ਕਰਦੇ ਹਾਂ ਕਿ ਦੇਸ਼ 'ਚ ਅਮੀਰ ਹੁੰਦਾ ਜਾ ਰਿਹਾ ਔਰ ਗਰੀਬ ਬਹੁਤ ਗਰੀਬ ਹੁੰਦਾ ਜਾ ਰਿਹਾ। ਉਹਨਾਂ ਦੇ ਡਿਫਰੈਂਸ ਨੂੰ ਵੀ ਘੱਟ ਕਰਨਾ ਹੈ। ਦੇਸ਼ ਦੀ ਵਧੀਆਂ ਕੀਮਤਾਂ ਨੂੰ ਵੀ ਜਿਹੜਾ ਹੈ ਕੰਟਰੋਲ 'ਚ ਲਿਆਉਣਾ। ਇਨਫਲੇਸ਼ਨ ਬਹੁਤ ਜ਼ਿਆਦਾ ਵਧੀ ਹੈ, ਸਾਡੀ ਇਨਫਲੇਸ਼ਨ ਲਗਭਗ 6.8 ਤੋਂ ਉੱਤੇ ਹੀ ਹੈ ਬਹੁਤ ਦੇਰ ਤੋਂ, ਜਿਹੜੀ 6 ਤੱਕ RBI ਕਹਿੰਦਾ ਫਿਰ ਵੀ ਕੰਟਰੋਲ ਹੈ, ਲੇਕਿਨ ਉਸ ਤੋਂ ਵੀ ਜ਼ਿਆਦਾ ਜਿਹੜੀ ਚੱਲ ਰਹੀ ਹੈ। ਇੰਪਲੋਇਮੈਂਟ ਜਨਰੇਟ ਕਰਨਾ ਹੈ ਸਾਡੇ ਦੇਸ਼ 'ਚ। ਇਸ ਟਾਈਮ ਤੇ ਤੁਸੀਂ ਜਾਣਦੇ ਹੋ ਕਰੋਨਾ ਪੀਰੀਅਡ ਤੋਂ ਬਾਅਦ ਬਹੁਤ ਜ਼ਿਆਦਾ ਅਨਇੰਪਲੋਇਮੈਂਟ ਹੋਈ ਹੈ, ਲਗਭਗ 41% ਦੇ ਕਰੀਬ ਕਹਿੰਦੇ ਨੇ ਕਿ ਅਨਇੰਪਲੋਇਮੈਂਟ ਹੈ, ਰਿਕਾਰਡ ਤੋੜ ਹੈ। ਤੇ ਉਹਨੂੰ ਕਿਸ ਤਰੀਕੇ ਸੁਧਾਰਨੇ ਆਉਣਾ ਉਹ ਵੀ ਫਿਜ਼ੀਕਲ ਪਾਲਿਸੀ ਦਾ ਹਿੱਸਾ ਹੈ। ਕੈਪੀਟਲ ਫਾਰਮੇਸ਼ਨ ਕਰਨੀ ਹੈ ਦੇਸ਼
ਦੇ ਵਿੱਚ ਕਿਸ ਤਰੀਕੇ ਦੇਸ਼ ਦਾ ਇਨਫਰਾਸਟ੍ਰਕਚਰ ਰੋਡ ਹੈ, ਰੇਲਵੇ ਹੈ, ਟੈਲੀਕਮਿਊਨੀਕੇਸ਼ਨਸ ਹੈ, ਇਸ ਚੀਜ਼ਾਂ ਦਾ ਸਾਰਾ ਡਿਵੈਲਪਮੈਂਟ ਜਿਹੜੀ ਹੈ ਦੈਟ ਆਲ ਦਾ ਪਾਰਟ ਆਫ ਦਾ ਫਿਜ਼ੀਕਲ ਪਾਲਿਸੀ ਆਫ ਅ ਗਵਰਨਮੈਂਟ। ਯਾਨੀ ਕਿ ਜਿੰਨੇ ਮੇਨ ਆਬਜੈਕਟਿਵ ਹੈਗੇ ਨੇ ਕਿ ਆਪਾਂ ਚਾਹੁੰਦੇ ਵੀ ਇੰਪਲੋਇਮੈਂਟ ਵੱਧ ਜਾਵੇ, ਇਨਫਲੇਸ਼ਨ ਘਟ ਜਾਵੇ, ਦੇਸ਼ ਦਾ ਵਿਕਾਸ ਹੋ ਜਾਵੇ, 5 ਟ੍ਰਿਲੀਅਨ ਤੱਕ ਆਪਾਂ ਪਹੁੰਚ ਜਾਈਏ, ਇਹ ਕਿਤੇ ਨਾ ਕਿਤੇ ਫਿਜ਼ੀਕਲ ਪਾਲਿਸੀ ਨਾਲ ਬਹੁਤ ਜ਼ਿਆਦਾ ਵਾਬਸਤਾ ਹੈਗਾ ਹੈ। ਅਗਰ ਅਸੀਂ ਉਹਨੂੰ ਕਰ ਪਾਈਏ ਤੇ ਕਿਤੇ ਨਾ ਕਿਤੇ ਅਸੀਂ ਕਾਮਯਾਬ ਸ਼ਾਇਦ ਹੋ ਜਾਵਾਂਗੇ। ਤੇ ਫਿਰ ਇਹ ਸੀ ਆਬਜੈਕਟਿਵ ਜਿਹੜੇ ਕਿ ਸਾਨੂੰ ਕਾਫੀ ਹੱਦ ਤੱਕ ਤੁਸੀਂ ਕਲੀਅਰ ਕਰ ਦਿੱਤੇ ਹੈਗੇ ਨੇ। ਹੁਣ ਇਹਦੇ ਇੰਸਟਰੂਮੈਂਟ ਕੀ ਹੁੰਦੇ ਆ, ਕਰੇ ਤੇ ਕਰੇ ਕਿਸ ਤਰ੍ਹਾਂ? ਮਤਲਬ ਮੈਂ ਤਾਂ ਕਰਨਾ ਚਾਹੁੰਦਾ ਹੈ ਨਾ, ਪਰ ਮੈਂ ਕਿਸ ਤਰ੍ਹਾਂ ਕਰਾਂ ਬਤੌਰ ਸਰਕਾਰ ਵੀ? ਅਗਰ ਮੈਂ ਕਰਨਾ ਚਾਹੁੰਦਾ ਜਾਂ ਤੁਸੀਂ ਐਜ਼ ਇਕਨੋਮਿਸਟ ਸਰਕਾਰ ਨੂੰ ਕੋਈ ਦੱਸਣਾ ਚਾਹੁੰਦੇ ਜੇ ਤੇ ਉਹਦੇ ਕੋਲ ਕਿਹੜੇ ਇੰਸਟਰੂਮੈਂਟ ਹੈਗੇ ਨੇ? ਦੇਖੋ, ਸਾਰੇ ਦੁਨੀਆ ਦੇ ਅਰਥ ਸ਼ਾਸਤਰੀ ਜਿਹੜੇ ਨੇ ਉਹਨਾਂ ਨੂੰ ਜੇ ਅਸੀਂ ਸਟੱਡੀ ਕਰੀਏ ਤੇ ਉਹਨਾਂ ਦੇ ਮੁਤਾਬਕ ਫਿਜ਼ੀਕਲ ਪਾਲਿਸੀ ਨੂੰ ਲਾਗੂ ਕਰਨ ਵਾਸਤੇ ਸਰਕਾਰ ਦੇ ਕੋਲ ਆਪਾਂ ਇਹ 4 ਤਰ੍ਹਾਂ ਦੇ ਮੇਨ ਜਿਹੜੇ ਇੰਸਟਰੂਮੈਂਟ ਨੇ ਸਾਹਮਣੇ ਆਉਂਦੇ ਨੇ। ਸਭ ਤੋਂ ਪਹਿਲੇ ਗਵਰਨਮੈਂਟ ਐਕਸਪੈਂਡੀਚਰ, ਯਾਨੀ ਗਵਰਨਮੈਂਟ ਦਾ ਐਕਸਪੈਂਡੀਚਰ ਜਿਹੜਾ ਕਿ ਉਹ ਐਕਸਪੈਂਡ ਕਰਦੀ ਹੈ ਦੇਸ਼ ਨੂੰ ਚਲਾਉਣ ਵਾਸਤੇ, ਸਰਕਾਰ ਨੂੰ ਚਲਾਉਣ ਵਾਸਤੇ। ਗਵਰਨਮੈਂਟ ਰੈਵਨਿਊ, ਦੂਸਰਾ ਇੰਪੋਰਟੈਂਟ ਜਿਹੜਾ ਇੰਸਟਰੂਮੈਂਟ ਹੈ ਉਹ ਹੈ ਰੈਵਨਿਊ, ਕਿਉਂਕਿ ਦੇਖੋ ਐਕਸਪੈਂਡੀਚਰ ਤਦ ਹੀ ਹੋਏਗਾ ਜੇ ਸਾਡੇ ਕੋਲ ਰੈਵਨਿਊ ਹੋਏਗਾ। ਇਹ ਸਰਕਾਰ ਦੇਖਦੀ ਹੈ ਕਿ ਉਹਨੇ ਰੈਵਨਿਊ ਕਿੱਥੋਂ ਜਨਰੇਟ ਕਰਨਾ ਹੈ, ਉਹਨੂੰ ਰੈਵਨਿਊ ਜਨਰੇਟ ਕਿੱਥੋਂ ਹੋ ਰਿਹਾ ਹੈ। ਔਰ ਤੀਸਰਾ ਗਵਰਨਮੈਂਟ ਡੈਪਟ। ਕਈ ਵਾਰੀ ਦੇਖੋ ਸਾਨੂੰ ਆਪਣਾ ਸਰਕਾਰ ਚਲਾਉਣ ਦੇ ਲਈ ਡੈਪਟ ਵੀ ਲੈਣਾ ਪੈਂਦਾ, ਉਧਾਰ ਲੈਣਾ ਪੈਂਦਾ। ਉਹ ਕਿਸ ਤਰੀਕੇ, ਕਈ ਵਾਰ ਇੰਟਰਨਲ ਡੈਪਟ ਹੁੰਦੇ ਨੇ, ਐਕਸਟਰਨਲ ਡੈਪਟ ਹੁੰਦੇ, ਉਹਦਾ ਡਿਸਕਸ ਅਸੀਂ ਅੱਗੇ ਕਰਾਂਗੇ। ਐਸੀ ਤਰੀਕੇ ਡੈਫਿਸਿਟ ਫਾਈਨਾਂਸਿੰਗ, ਘਾਟੇ ਦੀ ਬਜਟ ਜਿਹੜਾ ਹੈ ਉਹ ਬਣਾਉਣਾ ਪੈਂਦਾ ਹੈ। ਉਹ ਇਹ ਸਾਰੇ ਜਿਹੜੇ 4 ਇੰਸਟਰੂਮੈਂਟ ਨੇ ਇਹ ਫਿਜ਼ੀਕਲ ਪਾਲਿਸੀ ਦੇ ਵਿੱਚ ਜਿਹੜੀ ਸਰਕਾਰ ਇਹਨੂੰ ਵਰਤਦੀ ਹੈ ਔਰ ਇਹਦੇ ਨਾਲ ਆਪਣੀ ਜਿਹੜੀ ਪਾਲਿਸੀ ਉਹ ਬਣਾਉਂਦੀ ਹੈ। ਚਲਿਏ ਆਪਾਂ ਇਹਨਾਂ ਨੂੰ ਇੱਕ ਇੱਕ ਕਰਕੇ ਡਿਸਕਸ ਕਰਦੇ ਹਾਂ ਕਿ ਜਿਹੜਾ ਗਵਰਨਮੈਂਟ ਐਕਸਪੈਂਡੀਚਰ ਤੁਸੀਂ ਕਹਿ ਰਹੇ ਜੇ ਕਿ ਆਪਾਂ ਖਰਚੇ ਜਿਹੜੇ ਹੈਗੇ ਨੇ, ਕਿਉਂਕਿ ਵਰਡ ਤੇ ਸਾ ਲੱਗ ਰਿਹਾ ਵੀ ਖਰਚੇ ਨਾਲ ਕਿਸ ਤਰ੍ਹਾਂ ਹੋਏਗਾ, ਪਰ ਹਾਂ ਜੋ ਵੀ ਬਜਟ ਹੈਗਾ ਜ਼ਾਹਿਰ ਜੀ ਗੱਲ ਆ ਉਹਦਾ ਮੇਨ ਕਾਰਨ ਤੇ ਖਰਚਾ ਵੀ ਹੁੰਦਾ ਹੈਗਾ ਆ। ਇਹਦੇ ਬਾਰੇ ਸਾਨੂੰ ਦੱਸੋ ਕਿ ਸਰਕਾਰ ਕੀ ਕਹਿਣਾ ਚਾਹੁੰਦੀ ਹੈ? ਦੇਖੋ, ਕੋਈ ਵੀ ਸਰਕਾਰ ਜਿਹੜੀ ਹੈ ਦੇਸ਼ ਨੂੰ ਚਲਾਉਣ ਲਈ ਖਰਚਾ ਤਾਂ ਕਰਦੀ ਹੈ, ਇਹਦੇ ਤੇ ਕੋਈ ਸ਼ੱਕ ਨਹੀਂ। ਕਿਸੇ ਘਰ ਨੂੰ ਚਲਾਉਣਾ ਹੋਵੇ ਤੇ ਉਹਦੇ ਵਾਸਤੇ ਵੀ ਤੇ ਖਰਚਾ ਹੁੰਦਾ ਹੈ ਨਾ। ਤੇ ਐਸੀ ਤਰੀਕੇ ਸਰਕਾਰ ਨੂੰ ਦੇਸ਼ ਚਲਾਉਣ ਵਾਸਤੇ ਖਰਚੇ ਕਰਨੇ ਪੈਂਦੇ। ਉਹ ਖਰਚੇ ਬਹੁਤ ਤਰ੍ਹਾਂ ਦੇ ਨੇ ਜੀ। ਜਿਹੜਾ ਗਵਰਨਮੈਂਟ ਖਰਚਾ ਕਰਦੀ ਹੈ, ਭਾਵੇਂ ਉਹ ਸੜਕਾਂ ਤੇ ਕਰਦੀ ਹੈ, ਭਾਵੇਂ ਪਬਲਿਕ ਕੰਸਟਰਕਸ਼ਨ ਵਰਕ ਤੇ ਕਰਦੀ ਹੈ, ਰੇਲਵੇ, ਰੋਡ, ਬ੍ਰਿਜਿਸ, ਇੰਫਰਾਸਟ੍ਰਕਚਰ ਬਹੁਤ ਵੱਡਾ ਹੈ ਨਾ, ਬਹੁਤ ਵੱਡਾ ਦੇਸ਼। ਦੇਖੋ, ਇੱਕ ਛੋਟਾ ਜਿਹਾ ਘਰ ਨੂੰ ਮੇਨਟੇਨ ਕਰਨਾ ਕਿੰਨਾ ਔਖਾ ਹੁੰਦਾ ਹੈ, ਤੇ ਪੂਰੇ ਦੇਸ਼ ਦੀ ਗੱਲ ਕਰ ਰਹੇ ਹਾਂ। ਫਿਰ ਐਕਸਪੈਂਡੀਚਰ ਜਿਹੜੇ ਗਵਰਨਮੈਂਟ ਕਈ ਤਰ੍ਹਾਂ ਦੇ ਪਬਲਿਕ ਵੈਲਫੇਅਰ, ਜਿਵੇਂ ਵੈਲਫੇਅਰ ਐਕਸਪੈਂਡੀਚਰ ਕਿਹਾ ਜਾਂਦਾ ਹੈ, ਐਕਸਪੈਂਡੀਚਰ ਗਵਰਨਮੈਂਟ ਐਜੂਕੇਸ਼ਨ ਤੇ, ਹੈਲਥ ਤੇ, ਸੈਨੀਟੇਸ਼ਨ ਤੇ, ਰੂਰਲ ਡਿਵੈਲਪਮੈਂਟ ਦੇ ਉੱਤੇ, ਇਹ ਸਾਰੇ ਜਿਹੜਾ ਐਕਸਪੈਂਡੀਚਰ ਜਿਹੜਾ ਗਵਰਨਮੈਂਟ ਕਰਦੀ ਹੈ। ਇਸੇ ਤਰੀਕੇ ਦੇ ਨਾਲ ਐਕਸਪੈਂਡੀਚਰ ਜਿਹੜਾ ਆਪਣੇ ਆਰਮ ਫੋਰਸਿਸ ਤੇ, ਪੁਲਿਸ ਦੇ ਉੱਤੇ, ਦੇਸ਼ ਦੀ ਰੱਖਿਆ ਲਈ ਜਿਹੜੀ ਏਡੀ ਵੱਡੀ ਸੈਨਾ ਸਾਡੇ ਦੇਸ਼ ਦੀ ਤਿਆਰ ਹੈ ਬਾਰਡਰ ਦੇ ਉੱਤੇ, ਔਰ ਉਹਦੇ ਉੱਤੇ ਜਿਹੜਾ ਖਰਚਾ ਹੈ ਉਹ ਵੀ ਸਾਡਾ ਪਾਰਟ ਆਫ ਦਾ ਗਵਰਨਮੈਂਟ ਐਕਸਪੈਂਡੀਚਰ ਹੈ। ਫਿਰ ਸਬਸਿਡੀਜ਼ ਦਿੰਦੀ ਹੈ, ਕਈ ਤਰ੍ਹਾਂ ਦੀ ਸਬਸਿਡੀ ਜਿਹੜੀ ਵੀਕਰ ਸੈਕਸ਼ਨ ਨੂੰ ਗਵਰਨਮੈਂਟ ਪ੍ਰੋਵਾਈਡ ਕਰਦੀ ਹੈ, ਉਹ ਵੀ ਜਿਹੜੀ ਹੈ ਸਰਕਾਰ ਦੇ ਖਰਚੇ ਦੇ ਵਿੱਚ ਹੀ ਆਉਂਦੀ ਹੈ। ਨੈਚੁਰਲੀ ਸਰਕਾਰ ਕੱਲ ਹੀ ਪੜ ਰਿਹਾ ਸੀ ਕਿ ਡਿਸਕ੍ਰਿਮੀਨੇਸ਼ਨ ਨਹੀਂ ਹੋਣਾ ਚਾਹੀਦਾ, ਠੀਕ ਹੈ ਨਾ, ਕਿਸੇ ਤੇ ਵੀ ਏ ਸੈਕਸ ਕੀ ਨਾ ਆ, ਜਿੰਨੇ ਵੀ ਕਾਸਟ ਹੈਗੀ ਆ, ਜਿੰਨੇ ਵੀ ਕੀ ਨਾ ਧਰਮ ਹੈਗੇ ਨੇ, ਮਗਰ ਇੱਕ ਨਾ ਵਰਡ ਯੂਜ਼ ਕੀਤਾ ਜਾਂਦਾ ਪੋਜ਼ਿਟਿਵ ਡਿਸਕ੍ਰਿਮੀਨੇਸ਼ਨ। ਤੇ ਉਹ ਮੈਨੂੰ ਲੱਗਦਾ ਸਬਸਿਡੀ ਸ਼ਾਇਦ ਉਹਦੇ ਚ ਹੀ ਆਉਂਦਾ ਆ ਕਿ ਜਿਹਨੂੰ ਲੋੜ ਹੈਗੀ ਆ ਉਹਨੂੰ ਆਪਾਂ ਨੂੰ ਕਈ ਵਾਰ ਐਕਸਟਰਾ ਦੇਣਾ ਪੈਂਦਾ ਹੈਗਾ ਆ, ਉਹਨੂੰ ਕੋਈ ਨਾ ਕੋਈ ਰਿਆਇਤ ਦੇਣੀ ਪੈਂਦੀ ਹੈਗੀ ਆ। ਤੇ ਸ਼ਾਇਦ ਆ ਐਕਸਪੈਂਡੀਚਰ ਜਿਹੜਾ ਹੈਗਾ ਆ ਪੋਜ਼ਿਟਿਵ ਡਿਸਕ੍ਰਿਮੀਨੇਸ਼ਨ ਵਿੱਚ ਹੀ ਆਉਂਦਾ ਹੋਏਗਾ। ਤੁਹਾਡੀ ਸਹੀ ਗੱਲ ਹੈ। ਦੇਖੋ, ਕਈ ਐਸੇ ਜਿਹੜੇ ਤਬਕੇ ਨੇ ਜਿਹੜੇ ਬਹੁਤ ਥੱਲੇ ਲੈਵਲ ਦੇ ਰਹਿ ਗਏ ਨੇ, ਜਿਨ੍ਹਾਂ ਨੂੰ ਇੰਨੀ ਡਿਵੈਲਪਮੈਂਟ ਕਰਨ ਦਾ ਮੌਕਾ ਨਹੀਂ ਮਿਲਿਆ, ਉਹਨਾਂ ਦਾ ਵਿਕਾਸ ਨਹੀਂ ਹੋ ਸਕਿਆ। ਉਹਨਾਂ ਦੇ ਵਿਕਾਸ ਦੇ ਲਈ, ਉਹਨਾਂ ਨੂੰ ਐਜੂਕੇਟ ਕਰਨ ਦੇ ਲਈ, ਉਹਨਾਂ ਨੂੰ ਮੋਟੀਵੇਟ ਕਰਨ ਦੇ ਲਈ, ਕੁਝ ਦੇਸ਼ ਦੇ ਵਿੱਚ ਉਹਨਾਂ ਦਾ ਅੱਗੇ ਹਿੱਸੇਦਾਰੀ ਵਧਾਉਣ ਦੇ ਲਈ ਇਹ ਚੀਜ਼ ਸਬਸਿਡੀ ਦਿੰਦੀ ਹੈ। ਗਰੀਬ ਆਦਮੀ ਨੂੰ ਮੰਨ ਲਓ ਕਿ ਗੈਸ ਤੇ ਸਬਸਿਡੀ ਮਿਲਦੀ ਹੈ ਜਾਂ ਬਿਜਲੀ ਤੇ ਸਬਸਿਡੀ ਮਿਲਦੀ ਹੈ, ਤੇ ਦੈਟ ਇਜ਼ ਆਲਸੋ ਪਾਰਟ ਆਫ ਦਾ ਗਵਰਨਮੈਂਟ ਐਕਸਪੈਂਡੀਚਰ। ਸੈਕੰਡ ਪੁਆਇੰਟ ਹੁੰਦਾ ਰੈਵਨਿਊ। ਭਈ ਆਪਾਂ ਖਰਚਾ ਤਾਂ ਚਲੋ ਸੁਣ ਲਿਆ ਤੁਹਾਡੇ ਤੋਂ, ਪਰ ਕੁਝ ਕਮਾਈ ਵੀ ਕਰਾਂਗੇ ਨਾ ਪਹਿਲਾਂ, ਤੇ ਉਹ ਕਿਸ ਤਰ੍ਹਾਂ ਕਰਾਂਗੇ? ਸਰਕਾਰ ਕਿਸ ਤਰ੍ਹਾਂ ਕਮਾਉਂਦੀ ਹੈ? ਬਿਲਕੁਲ, ਜਦ ਤੱਕ ਤੁਹਾਡੇ ਕੋਲ ਰੈਵਨਿਊ ਨਹੀਂ ਜੀ ਤੁਸੀਂ ਐਕਸਪੈਂਡੀਚਰ ਨਹੀਂ ਕਰ ਸਕਦੇ। ਤੇ ਰੈਵਨਿਊ ਦੀ, ਗਵਰਨਮੈਂਟ ਰੈਵਨਿਊ ਦੀ ਗੱਲ ਕਰੀਏ ਤੇ ਗਵਰਨਮੈਂਟ ਕੋ ਰੈਵਨਿਊ ਜਨਰੇਟ ਕਰਨ ਦੇ ਮੇਨਲੀ 2 ਸਾਧਨ ਨੇ, ਉਹ ਹੈਗੇ ਨੇ ਟੈਕਸਿਸ ਜੀ, ਠੀਕ ਹੈ ਜੀ, ਜਿਨ੍ਹਾਂ ਨੂੰ ਅਸੀਂ 2 ਚ ਵੰਡਿਆ, ਡਾਇਰੈਕਟ ਟੈਕਸਿਸ ਔਰ ਇਨਡਾਇਰੈਕਟ ਟੈਕਸਿਸ। ਟੈਕਸਿਸ ਜਿਹੜੇ ਨੇ ਉਹ ਕੀ ਟੈਕਸ ਹੈ ਕੀ ਨੇ? ਪੁਰਾਣੇ ਟਾਈਮ ਤੇ ਵੀ ਕਰ ਲੈਂਦੇ ਸੀ, ਰਾਜੇ ਮਹਾਰਾਜੇ ਕਰ ਲੈਂਦੇ ਸੀਗੇ।
ਹੁਣ ਅੱਜ ਦੇ ਸਮੇਂ ਦੇ ਵਿੱਚ ਉਹਨੂੰ ਬੜਾ ਕਾਇਦਾ ਡੀਗਲਾਈਜ਼ ਵੇ ਦੇ ਨਾਲ ਕਿਸ ਤਰੀਕੇ ਨਾਲ ਸਰਕਾਰ ਜਿਹੜੀ ਹੈ ਉਹ ਲੋਕਾਂ ਕੋਲੋਂ ਟੈਕਸਿਸ ਲੈਂਦੀ ਹੈ, ਔਰ ਉਹਨੂੰ ਅਸੀਂ ਡਿਫਰੈਂਸ਼ੀਏਟ ਜਿਵੇਂ ਕਰਦੇ ਹਾਂ ਡਾਇਰੈਕਟ ਔਰ ਇਨਡਾਇਰੈਕਟ ਟੈਕਸਿਸ 'ਚ ਅਗਲੀ ਸਲਾਈਡ 'ਚ ਅਸੀਂ ਗੱਲ ਕਰਾਂਗੇ। ਮਤਲਬ ਦੋ ਪ੍ਰਕਾਰ ਦੇ ਟੈਕਸ ਨੇ ਇਹਦੇ 'ਚ ਨਾ, ਅਸੀਂ ਐਜ਼ ਅ ਕਮਰਸ ਦੇ ਵਿਦਿਆਰਥੀਆਂ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਵੀ ਹਰ ਕੋਈ ਟੈਕਸ ਦੇ ਰਿਹਾ, ਕਿਉਂਕਿ ਜਦੋਂ ਆਪਾਂ ਕਹਿੰਦੇ ਹਾਂ ਨਾ ਕਿ ਡਾਇਰੈਕਟ ਟੈਕਸ, ਤੇ ਬਹੁਤ ਸਾਰੇ ਲੋਕੀ ਸੋਚਦੇ ਨੇ ਕਿ ਵੀ ਮੈਂ ਸ਼ਾਇਦ ਆਪਣੀ ਇਨਕਮ ਤੋਂ ਬਾਅਦ ਟੈਕਸ ਨਹੀਂ ਦਿੰਦਾ ਹੈਗਾ, ਤੇ ਮੈਂ ਸ਼ਾਇਦ ਸਰਕਾਰ ਨੂੰ ਕੁਝ ਵੀ ਦਿੰਦਾ ਨਹੀਂ ਹੈਗਾ। ਮਗਰ ਅਸੀਂ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਵੀ ਬੱਚਾ ਜੰਮ ਪਿਆ ਨਾ, ਉਹਨੇ ਸਰਕਾਰ ਨੇ ਉਹਦੇ ਕੋਲ ਟੈਕਸ ਲੈ ਲੈਣਾ, ਅਗਰ ਉਹ ਡਾਇਰੈਕਟ ਨਹੀਂ ਦਊਗਾ ਤਾਂ ਇਨਡਾਇਰੈਕਟ ਦਊਗਾ। ਤੇ ਤੁਸੀਂ ਪਹਿਲਾਂ ਡਾਇਰੈਕਟ ਟੈਕਸ ਬਾਰੇ ਹੀ ਦੱਸ ਦਿਓ। ਹਾਂ, ਮੈਂ ਤੁਹਾਡੀ ਗੱਲ ਨੂੰ ਪਹਿਲੇ ਥੋੜੀ ਜਿਹੀ ਐਡ ਕਰਾਂਗਾ। ਦੇਖੋ, ਤੁਸੀਂ ਕੋਈ ਵੀ ਚੀਜ਼, ਭਾਵੇਂ ਇੱਕ ਦੁੱਧ ਦੀ ਥੈਲੀ ਲੈਂਦੇ ਹੋ, ਭਾਵੇਂ ਤੁਸੀਂ ਕੋਈ ਬਾਜ਼ਾਰੋਂ ਇੱਕ ਸਾਬੁਨ ਖਰੀਦਦੇ ਹੋ, ਭਾਵੇਂ ਇੱਕ ਸ਼ੇਵਿੰਗ ਕਰੀਮ ਖਰੀਦਦੇ ਹੋ, ਭਾਵੇਂ ਕੋਈ ਵੀ ਛੋਟੀ ਤੋਂ ਛੋਟੀ ਚੀਜ਼ ਸਟੇਸ਼ਨਰੀ ਖਰੀਦਦੇ ਹੋ, ਤੇ ਉਹਦੇ ਉੱਤੇ ਟੈਕਸ ਲੱਗਾ ਹੋਇਆ ਹੈ। ਉਹ ਕਿਹੜੇ ਰੂਪ 'ਚ ਹੈ? ਉਹ ਡਾਇਰੈਕਟ ਹੈ ਕਿ ਇਨਡਾਇਰੈਕਟ ਹੈ? ਇਹ ਸਾਨੂੰ ਬੱਚੇ ਨੂੰ ਸਮਝਾਉਣ ਦੀ ਲੋੜ ਹੈ। ਕਿਉਂਕਿ ਕਿਤੇ ਨਾ ਕਿਤੇ ਗੱਲ ਆ ਜਾਂਦੀ ਆ ਕਿ ਬਈ ਅਸੀਂ ਸ਼ਾਇਦ ਇਨਕਮ ਨਹੀਂ ਕਰ ਰਹੇ ਤੇ ਸਾਡੇ ਕੋਲ ਟੈਕਸ ਨਹੀਂ ਹੈ, ਜਾਂ ਸਾਡੀ ਇਨਕਮ ਇੰਨੀ ਘੱਟ ਆ ਕਿ ਸਾਡੇ ਕੋਲ ਟੈਕਸ ਨਹੀਂ ਹੈਗਾ। ਤੇ ਉਹੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਜੇ ਅਗਰ ਬੱਚੇ ਨੇ ਇੱਕ ਚਾਕਲੇਟ ਖਰੀਦ ਲਈ ਆ ਨਾ, ਤੇ ਉਹ ਟੈਕਸ ਦੇ ਕੇ ਆ ਗਿਆ, ਉਹ ਡਾਇਰੈਕਟ ਦੇ ਕੇ ਆਇਆ ਕਿ ਇਨਡਾਇਰੈਕਟ, ਉਹ ਤੁਸੀਂ ਕਲੀਅਰ ਕਰ ਦੇਣਾ ਹੈਗਾ ਆ ਕਿ ਇਹ ਜਿਹੜੇ ਟੈਕਸ ਹੈਗੇ ਨੇ ਇਹ ਕਿਹੜੇ ਹੈਗੇ ਨੇ, ਡਾਇਰੈਕਟ ਕਿਹਨੂੰ ਕਹਿ ਰਹੇ ਆ ਤੇ ਇਨਡਾਇਰੈਕਟ ਕਿਹਨੂੰ ਕਹਿ ਰਹੇ, ਇਹਨੂੰ ਤੁਸੀਂ ਥੋੜਾ ਦੇਖੋ, ਬੜਾ ਕਲੀਅਰ ਕੱਟ ਬਿਲ ਸਾਹਮਣੇ ਹੈ। ਡਾਇਰੈਕਟ ਮੈਨੇ ਸਿੱਧਾ ਸਿੱਧੇ ਤੌਰ ਤੇ ਜਿਹੜਾ ਡਾਇਰੈਕਟ, ਜਿਹੜਾ ਪੇ ਕਰਨ ਵਾਲਾ ਸਿੱਧਾ ਗਵਰਨਮੈਂਟ ਨੂੰ ਪੇ ਕਰਦਾ ਹੈ, ਗਵਰਨਮੈਂਟ ਡਿਪਾਰਟਮੈਂਟ ਨੂੰ ਪੇ ਕਰਦਾ ਹੈ, ਉਹਨੂੰ ਅਸੀਂ ਕਹਿ ਦਿੰਦੇ ਆ ਡਾਇਰੈਕਟ ਟੈਕਸਿਸ। ਯਾਨੀ ਕਿ ਉਹ ਡਾਇਰੈਕਟ ਟੈਕਸਿਸ ਕਿਸੇ ਦੇ ਥਰੂ ਵਾਇਆ ਮੀਡੀਆ ਹੋ ਕੇ ਨਹੀਂ ਆਉਂਦੇ। ਦ ਬਰਡਨ ਆਫ ਡਾਇਰੈਕਟ ਟੈਕਸ ਕੈਨ ਨਾਟ ਬੀ ਸ਼ਿਫਟਡ, ਉਹ ਕਿਸੇ ਦੂਸਰੇ ਦੇ ਸ਼ਿਫਟ ਨਹੀਂ ਕੀਤਾ ਜਾਂਦਾ। ਉਹ ਡਾਇਰੈਕਟ, ਫॉर ਐਗਜ਼ਾਮਪਲ ਇਨਕਮ ਟੈਕਸ ਹੈ, ਕਾਰਪੋਰੇਸ਼ਨ ਟੈਕਸ ਹੈ, ਥੀਸ ਆਰ ਦ ਐਗਜ਼ਾਮਪਲ ਆਫ ਦਾ, ਇਹ ਆਪਾਂ ਡਾਇਰੈਕਟ ਦੇ ਰਹੇ ਹਾਂ, ਇਸ ਕਰਕੇ ਡਾਇਰੈਕਟ ਟੈਕਸ ਹੈਗੇ ਨੇ। ਉਹ ਮੈਂ ਕਹਿ ਰਿਹਾ ਨਾ ਕਿ ਇਹੋ ਸਭ ਤੋਂ ਵੱਡਾ ਡਾਊਟ ਆਉਂਦਾ ਆ ਕਿ ਸ਼ਾਇਦ ਅਸੀਂ ਆ ਟੈਕਸ ਨਹੀਂ ਦੇ ਰਹੇ ਹੁੰਨੇ ਆ, ਮਗਰ ਉਹ ਤੁਸੀਂ ਕਲੀਅਰ ਕੀਤਾ। ਇਸ ਤੋਂ ਬਾਅਦ ਇਨਡਾਇਰੈਕਟ ਵੀ ਕਲੀਅਰ ਕਰ ਦਿਓ, ਇਹਦੇ 'ਚ ਕੀ ਆਪਾਂ ਕਿਸੇ ਹੋਰ ਤੇ ਸ਼ਿਫਟ ਕਰ ਪਾਉਂਦੇ। ਦੇਖੋ, ਬਿਲਕੁਲ ਇਹ ਕਿਸੇ ਹੋਰ ਤੇ ਸ਼ਿਫਟ ਕੀਤਾ ਜਾਂਦਾ। ਫॉर ਐਗਜ਼ਾਮਪਲ ਕਿ ਡਾਇਰੈਕਟ ਅਸੀਂ ਪੇ ਨਹੀਂ ਕਰ ਰਹੇ, ਲੇਕਿਨ ਸਾਡੇ ਬਿਹਾਫ ਤੇ ਕੋਈ ਹੋਰ ਪੇ ਕਰ ਰਿਹਾ ਔਰ ਬਾਅਦ ਚ ਸਾਡੇ ਕੋਲ ਕਲੈਕਟ ਕਰ ਰਹੇ। ਠੀਕ ਹੈ। ਯਾਨੀ ਫॉर ਐਗਜ਼ਾਮਪਲ ਦੇਖੋ, ਇਹ ਤੇ ਬੜਾ ਕਲੀਅਰ ਕੱਟ ਲਿਖਿਆ ਹੈ, ਐਕਸਾਈਜ਼ ਡਿਊਟੀ ਹੈ, GST ਹੈ। ਉਹ ਕੰਪਨੀ ਜਿਹੜੀਆਂ ਨੇ, ਜਿਹੜੀ ਐਕਸਾਈਜ਼ ਡਿਊਟੀ ਦਿੰਦੀਆਂ ਨੇ, ਕੰਪਨੀ ਆਪਣੇ ਕੋਲੋਂ ਥੋੜੀ ਦਿੰਦੀਆਂ ਨੇ। ਉਹ ਚੀਜ਼ ਦੀ ਜਿਹੜੀ ਕੀਮਤ ਹੈ ਉਹਦੇ ਵਿੱਚ ਉਹ ਐਕਸਾਈਜ਼ ਡਿਊਟੀ, GST ਐਡ ਹੋਇਆ ਹੁੰਦਾ ਹੈ, ਜਿਹਦੇ ਨਾਲ ਉਹ ਟੈਕਸ ਜਿਹੜਾ ਸਾਡੇ ਦੁਆਰਾ ਹੀ ਪੇ ਹੁੰਦਾ ਹੈ, ਲੇਕਿਨ ਇਨਡਾਇਰੈਕਟਲੀ ਕੰਪਨੀ ਸਾਡੇ ਵਾਸਤੇ ਪੇ ਕਰਦੀ ਹੈ ਔਰ ਬਾਅਦ ਚ ਸਾਡੇ ਕੋਲ ਉਹ ਕਲੈਕਟ ਕਰ ਲੈਂਦੀ। GST ਬਹੁਤ ਵੱਡਾ ਐਗਜ਼ਾਮਪਲ ਹੈ। ਅਸੀਂ ਐਜ਼ ਅ ਕਮਰਸ ਵਿੱਚ ਜਦੋਂ ਪੜਾਉਂਦੇ ਆ ਨਾ ਕਿ ਕਈ ਉਹ ਜਿਹੜਾ ਟੈਕਸ ਹੈਗਾ ਆ ਉਹ ਬੜਾ ਇਨਡਾਇਰੈਕਟ ਵੇ ਨਾਲ ਚੱਲ ਰਿਹਾ ਹੈਗਾ ਆ, ਕਿ ਉਹ ਅੱਗੇ ਤੋਂ ਅੱਗੇ ਸ਼ਿਫਟ ਹੁੰਦਾ ਜਾ ਰਿਹਾ ਤੇ ਆਖਰੀ ਚ ਕਸਟਮਰ ਉਹਨੂੰ ਦੇ ਰਿਹਾ ਹੈਗਾ ਆ, ਤੇ ਫਿਰ ਪਹੁੰਚਦਾ ਫਿਰ ਸਰਕਾਰ ਕੋਲ ਅਕਸਰ ਉਹ ਪਹੁੰਚਣਾ ਹੁੰਦਾ ਆ। GST ਚ ਵੀ CGST ਔਰ SGST ਦਾ ਦੋ ਅੱਗੇ ਵੰਡੇ ਹੋਏ ਆ ਜੀ। ਹਾਂ, ਸੈਂਟਰਲ GST ਔਰ ਸਟੇਟ GST ਕਿੰਨੇ % ਔਰ ਉਹਦੀ ਲਿਮਿਟ ਜਿਹੜੀ ਹੈ 5% ਤੋਂ 28% ਤੱਕ ਹੈਗੀ ਹੈ। ਇਹਦੇ ਬਾਰੇ ਤੁਸੀਂ ਪੜ੍ਹਾਉਂਦੇ ਹੋ। ਜੀ। ਤੇ ਐਜ਼ ਅ ਇਕਨੋਮਿਕਸ ਤੁਹਾਨੂੰ ਵੀ ਬੁਲਾਉਣ ਦਾ ਸਾਡੇ ਲਈ ਬੜਾ ਵੱਡਾ ਮਕਸਦ ਹੁੰਦਾ ਆ ਕਿ ਸਾਡੇ ਆਪਣੇ ਵੀ ਬਹੁਤ ਸਾਰੇ ਕਨਸੈਪਟ ਕਲੀਅਰ ਹੋ ਜਾਂਦੇ ਹੈਗੇ ਨੇ। ਅੱਛਾ, ਹੁਣ ਗਵਰਨਮੈਂਟ ਨੂੰ ਵੀ ਜਿਸ ਤਰ੍ਹਾਂ ਆਮ ਬੰਦੇ ਨੂੰ ਕਰਜ਼ਾ ਹੋ ਜਾਂਦਾ, ਡੈਟ ਹੋ ਜਾਂਦਾ ਹੈਗਾ ਆ, ਤੇ ਗਵਰਨਮੈਂਟ ਨੂੰ ਵੀ ਹੋ ਜਾਂਦਾ, ਇਹਦੇ ਬਾਰੇ ਵੀ ਥੋੜਾ ਕਲੀਅਰ ਕਰ ਦਿਓ। ਦੇਖੋ, ਬਹੁਤ ਇੰਪੋਰਟੈਂਟ ਗੱਲ ਤੁਸੀਂ ਕਹੀ ਹੈ। ਅੱਜ ਦੀ ਡੇਟ ਦੇ ਵਿੱਚ ਸ਼ਾਇਦ ਹੀ ਦੁਨੀਆ ਦੀ ਕੋਈ ਇਹੋ ਜਿਹੀ ਇਕਨੋਮੀ ਹੋਏਗੀ ਜਿਹਦੇ ਉੱਤੇ ਡੈਪਟ ਨਹੀਂ ਹੋਏਗਾ। ਹਰ ਦੇਸ਼ ਦੀ ਇਕਨੋਮੀ ਦੇ ਉੱਤੇ ਸਰਕਾਰ ਉੱਤੇ ਕੁਛ ਨਾ ਕੁਛ ਕਰਦਾ ਹੈ, ਕਿਉਂਕਿ ਦੇਸ਼ ਨੂੰ ਚਲਾਉਣ ਵਾਸਤੇ ਡੈਪਟ ਦੀ ਜ਼ਰੂਰਤ ਪੈਂਦੀ ਹੈ। ਕਈ ਵਾਰੀ ਅਜਿਹੇ ਘਰ, ਅਸੀਂ ਆਪਣੇ ਬੱਚੇ ਨੂੰ ਘਰ ਦੀ ਹਾਲਾਤ ਤੋਂ ਐਗਜ਼ਾਮਪਲ ਤੋਂ ਕਰਨੇ ਕਿ ਮੰਨ ਲਓ ਮੇਰੀ 10,000 ਰੁਪਏ ਤਨਖਾਹ ਹੈ ਔਰ ਮੈਨੂੰ ਘਰ ਖਰਚਾ ਅਚਾਨਕ ਪੈ ਗਿਆ, ਤਾਂ ਮੈਂ ਕੀ ਕਰਾਂਗਾ? ਕੋਈ ਚੋਰੀ ਤਾਂ ਕਰਾਂਗਾ ਨਹੀਂ, ਜਾਂ ਤਾਂ ਮੇਰੇ ਕੋਲ ਸੇਵਿੰਗ ਹੋਏਗੀ ਉੱਥੋਂ ਯੂਜ਼ ਕਰ ਲਾਂਗਾ, ਜੇ ਨਹੀਂ ਸੇਵਿੰਗ ਹੋਏਗੀ ਤੇ ਮੈਂ ਕਿਸੇ ਕੋਲ ਉਧਾਰ ਲੈ ਲਾਂਗਾ, ਆਪਣੇ ਕਿਸੇ ਰਿਸ਼ਤੇਦਾਰ ਕੋਲੋਂ ਜਾਂ ਪਿੰਡ ਦੇ ਸ਼ਾਹੂਕਾਰ ਕੋਲੋਂ ਜਾਂ ਕਿਸੇ ਕੋਲੋਂ ਅਸੀਂ ਬੈਂਕ ਕੋਲ ਉਧਾਰ ਲੈ ਲਾਂਗੇ। ਇਹਨੂੰ ਹੀ ਡੈਪਟ ਦਾ ਐਗਜ਼ਾਮਪਲ ਦਿੰਦੇ। ਔਰ ਡੈਪਟ ਨੂੰ ਅੱਗੇ ਅਸੀਂ ਦੋ ਚੀਜ਼ਾਂ 'ਚ ਵੰਡਦੇ ਹਾਂ, ਇੱਕ ਹੁੰਦਾ ਇੰਟਰਨਲ ਔਰ ਇੱਕ ਹੁੰਦਾ ਐਕਸਟਰਨਲ। ਇੰਟਰਨਲ ਦੇਖੋ, ਨਾਂ ਤੋਂ ਹੀ ਬੜਾ ਕਲੀਅਰ ਹੈ, ਜਿਹੜਾ ਇੰਟਰਨਲ ਡੈਟ ਹੈ ਉਹ ਬਹੁਤ ਕਲੀਅਰ ਹੈ ਕਿ ਅੰਦਰੂਨੀ ਸੋਮਿਆਂ ਤੋਂ ਲਿੱਤਾ ਗਿਆ ਡੈਟ। ਠੀਕ ਹੈ, ਅਸੀਂ ਬਾਹਰ ਦੇ ਦੇਸ਼ਾਂ ਤੋਂ ਨਹੀਂ ਲੈ ਰਹੇ ਹੋਵਾਂਗੇ ਨਾ? ਨਹੀਂ, ਹਾਂਜੀ, ਉਹ ਬਾਹਰ ਦੇ ਦੇਸ਼ਾਂ ਤੋਂ ਬਹੁਤ ਜ਼ਿਆਦਾ ਲੈ ਰਹੇ ਹਾਂ ਜੀ। ਉਹਦੇ ਵੀ ਡਾਟਾ ਬਾਤ ਤੁਹਾਨੂੰ ਦੱਸਦਾ, ਲੇਕਿਨ ਉਹ ਐਕਸਟਰਨਲ ਚ ਆਏਗਾ। ਮੈਨੂੰ ਉਹ ਐਕਸਟਰਨਲ ਚ ਆਏਗਾ ਕਿਉਂਕਿ ਆਪਾਂ ਜਿਹੜਾ ਆਪਣਾ ਹੀ ਲੈ ਰਹੇ ਹਾਂ। ਹਾਂ, ਬਿਲਕੁਲ। ਇੰਟਰਨਲ ਡੈਟ ਜਿਹੜਾ ਹੈ ਉਹਦੇ ਵਿੱਚ ਜਿਹੜਾ ਦੇਸ਼ ਦੇ ਲੋਕਾਂ ਕੋਲੋਂ ਬੌਂਡਸ ਵੇਚ ਕੇ ਪੈਸੇ ਕੀਤੇ ਜਾਂਦੇ ਆ, ਕਮਰਸ਼ੀਅਲ ਬੈਂਕਸ ਜਿਹੜੇ ਨੇ ਔਰ ਸੈਂਟਰਲ ਬੈਂਕ ਤੋਂ ਉਧਾਰ ਲਿੱਤਾ ਜਾਂਦਾ ਹੈ। ਇਸ ਤਰੀਕੇ ਕਈ ਤਰ੍ਹਾਂ ਦੇ ਬੌਂਡਸ ਜਿਹੜੇ ਵੇਚੇ ਜਾਂਦੇ ਨੇ, ਸਰਕਾਰ ਵੇਚਦੀ ਹੈ,
10 ईयर बॉन्ड 15 ईयर बॉन्ड्स जी। और ਜਿਹੜੀ ਸੇਵਿੰਗਸ ਨੇ ਸਰਕਾਰ ਲੈਂਦੀ ਹੈ ਉਹ ਵੀ ਪਰ ਉਹ ਦੇਸ਼ ਦਾ ਪੈਸਾ ਦੇਸ਼ ਤੋਂ ਹੀ ਲਿਆ ਦੇਸ਼ ਤੋਂ ਹੀ ਰਹਿੰਦਾ ਹੈ। ਤੇ ਉਹ ਕੀ ਨਾ ਬਾਹਰੋਂ ਨਹੀਂ। ਹੁਣ ਕੋਈ ਦੂਸਰਾ ਵਰਡ ਆਪਾਂ ਯੂਜ਼ ਕਰ ਰਹੇ ਐਕਸਟਰਨਲ External ਡੈਟ, debt, ਹਾਂਜੀ। ਕਿ ਜਿਹੜਾ ਆ ਆਪਾਂ ਕਿਤੇ ਹੋਰੋਂ ਲੈ ਰਹੇ ਹਾਂ, ਐਕਸਟਰਨਲ ਤੋਂ ਲੈ ਰਹੇ ਹਾਂ, ਉਹ ਕੀ ਹੈ? ਜਿਸ ਤਰ੍ਹਾਂ ਵਰਲਡ ਬੈਂਕ ਦੀ ਇਮੇਜ ਤੇ हाँ ਬਣਾਈ जी ਹੋਈ ਹੈ। बिल्कुल 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 एक्सटर्नल डेट ये खुद बड़ा ना तो ही क्लियर एक्सटर्नल मैंने बाहरी जी। इंटरनल मैंने अंदरूनी ते एक्सटर्नल मैंने बाहरी ते एक्सटर्नल डेट ਜਿਹੜਾ ਅਸੀਂ ਆਪਣੇ ਕੰਟਰੀ ਤੋਂ ਬਾਹਰ ਦੂਸਰੀ ਕੰਟਰੀਆਂ ਤੋਂ ਜਾਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੋਂ ਲਾਈਕ IMF ਵਰਲਡ ਬੈਂਕ ਜਾਂ ਹੋਰ ਕਈ ਜਿਹੜੇ ਬੈਂਕ ਆਫ ਚਾਈਨਾ ਬੈਂਕ ਆਫ ਜਾਪਾਨ ਬਾਹਰੋਂ ਇਹਨਾਂ ਕੋਲ ਜਿਹੜਾ ਅਸੀਂ ਕਰਜ਼ਾ ਲੈਂਦੇ External ਹਾਂ ਉਹ ਇਹਨੂੰ ਜਿਹੜਾ ਐਕਸਟਰਨਲ ਡੈਟ ਕਹਿੰਦੇ ਹਾਂ। ਇਹ ਫਰਕ ਹੁੰਦਾ ਹੈ। ਠੀਕ ਹੈ। ਇਹ ਯਾਨੀ ਕਿ ਸਾਡੇ ਕੋਲ ਦੋ ਪ੍ਰਕਾਰ ਦੇ ਡੈਟ ਹੈਗੇ ਨੇ। ਇਹਦੇ ਵਿੱਚ ਥੋੜਾ ਜਿਹਾ ਕਈ ਵਾਰ ਕ੍ਰਿਟਿਸਾਈਜ਼ ਵੀ ਕੀਤਾ ਜਾਂਦਾ ਹੈਗਾ ਆ, ਖਾਸ ਕਰਕੇ ਲੈਫਟ ਵਿੰਗ ਵੱਲੋਂ, ਕਿ ਅਸੀਂ ਵਰਲਡ ਬੈਂਕ ਤੋਂ ਕਿਉਂ ਇੰਨਾ ਕਰਜ਼ਾ ਲੈ ਰਹੇ ਹੈਗੇ। ਇੰਟਰਨਲ ਬਾਰੇ ਮੈਨੂੰ ਲੱਗਦਾ ਘੱਟ ਥੋੜਾ ਜਿਹਾ ਕਨਸਪੀਰੇਸੀ ਥਿਊਰੀ ਚੱਲਦੀਆਂ ਨੇ, ਪਰ ਐਕਸਟਰਨਲ ਡੈਟ ਬਾਰੇ ਵੀ ਕਿਤੇ ਨਾ ਕਿਤੇ ਚੱਲਦਾ ਹੈਗਾ ਆ। ਖਾਸ ਕਰਕੇ ਜਿਹੜੇ ਇਕਨੋਮਿਕਸ ਦੇ ਤੇ ਕਾਮਰਸ ਦੇ ਵਿਦਿਆਰਥੀ ਨਹੀਂ ਹੈਗੇ ਉਹਨਾਂ ਵਿੱਚ ਕਰ ਬੜਾ ਚੱਲਦਾ ਕਿ ਅਸੀਂ ਵਰਲਡ ਬੈਂਕ ਤੋਂ ਕਰਜ਼ਾ ਕਿਉਂ ਲੈਣੇ ਹੈਗੇ, ਇਹਦਾ ਕੀ ਕਾਰਨ ਹੈਗੇ ਨੇ। ਦੇਖੋ ਇਹ ਇੰਪੋਰਟੈਂਟ ਗੱਲ ਤੁਸੀਂ ਬਹੁਤ ਵੱਡਾ ਇਸ਼ੂ ਰੇਜ਼ ਕੀਤਾ ਹੈ। ਨੋ ਡਾਊਟ ਉਹਨਾਂ ਦੇ ਜਿਹੜੇ ਇਸ਼ੂਜ਼ ਨੇ ਉਹ ਵੀ ਆਪਣੀ ਜਗ੍ਹਾ ਸਹੀ ਨੇ, ਲੇਕਿਨ ਕਈ ਵਾਰੀ ਦੇਖੋ ਸਰਕਾਰ ਚਲਾਉਣ ਲਈ ਅੱਜ ਸਭ ਕੁਝ ਜਿਹੜਾ ਤੁਸੀਂ ਵਰਲਡ ਮਾਰਕੀਟ ਤੋਂ ਖਰੀਦਣਾ ਹੈ ਉਹ ਤੁਸੀਂ ਆਪਣੇ ਪੈਸੇ ਨਾਲ ਨਹੀਂ ਖਰੀਦ ਸਕਦੇ। ਠੀਕ ਹੈ। ਤੁਹਾਨੂੰ ਇਨ ਦਾ ਸ਼ੇਪ ਆਫ ਡਾਲਰ ਸਾਨੂੰ ਚਾਹੀਦੇ ਨੇ। ਜੇ ਤੁਹਾਡੇ ਕੋਲ ਫੋਰਨ ਐਕਸਚੇਂਜ ਹੀ ਅਵੇਲੇਬਲ ਨਹੀਂ ਹੋਏਗਾ ਤੁਸੀਂ ਦੂਸਰੀ ਕੰਟਰੀ ਦੇ ਵਿੱਚੋਂ ਕਿੱਦਾਂ ਜਿਹੜਾ ਕੋਈ ਚੀਜ਼ ਘਾਟੇ ਵਾਲੀ ਜਿਹੜੀ ਫਾਈਨੈਂਸਿੰਗ ਹੈ, ਡੈਫਿਸਿਟ, ਇਹ ਵਰਡ ਕਿਸ ਤਰ੍ਹਾਂ ਹੈ? ਇਹਦੇ ਬਾਰੇ ਵੀ ਥੋੜਾ ਕਲੀਅਰ ਕਰ ਦਿਓ। देखो फिर थोड़ी देर पहले मैं एग्जांपल दी है कि जे मान लो मेरी तनख्वाह 10,000 है या मैनू 13,000 मेरे घर का खर्चा है तो वो 3,000 मैं एक्स्ट्रा कित्थों लेना है, ਉਹਨੂੰ ਅਸੀਂ ਨਾਮ ਦਿੰਦੇ ਆ ਡੈਫਿਸਿਟ ਫਾਈਨਾਂਸਿੰਗ। ਜਦੋਂ ਗਵਰਨਮੈਂਟ ਦੇ ਐਕਸਪੈਂਡੀਚਰ ਜਿਹੜਾ ਹੈ ਉਹਦੇ ਰੈਵਨਿਊ ਤੋਂ ਜ਼ਿਆਦਾ ਹੋਏਗਾ, यानी एक्सपेंडिचर ज्यादा खर्चा ज्यादा और रेवेन्यू घट है, ਉਦੋਂ ਡੈਫਿਸਿਟ ਫਾਈਨਾਂਸਿੰਗ ਚਲੇਗਾ। ਗਵਰਨਮੈਂਟ ਨੂੰ ਕਈ ਮੈਥਡ ਬਣਾਉਣੇ ਪੈਂਦੇ ਨੇ ਉਹ ਜਿਹੜਾ ਉਹਨੂੰ ਪੂਰਨ ਦੇ ਲਈ, ਉਹ ਜਿਹੜਾ ਡੈਫਿਸਿਟ ਘਾਟਾ ਹੋ ਗਿਆ ਹੈ ਉਹਨੂੰ ਪੂਰਨ ਦੇ। ਔਰ ਸ਼ਾਇਦ ਸਾਡੀ ਇਕਨੋਮੀ ਦਾ, ਸ਼ਾਇਦ ਸਾਡੇ ਇੰਡੀਅਨ ਇਕਨੋਮੀ ਦੀ ਗੱਲ ਕਰੀਏ, ਇੱਕ ਵਾਰੀ ਕਿਤੇ ਸਾਡਾ ਡੈਫਿਸਿਟ ਫਾਈਨਾਂਸਿੰਗ ਨਹੀਂ ਹੋਈ, ਬਾਕੀ ਸਾਰੇ ਲਗਾਤਾਰ ਸਾਡੇ ਡੈਫਿਸਿਟ ਬਜਟ ਹੀ ਰਿਹਾ, ਬਜਟਰੀ ਡੈਫਿਸਿਟ ਇਹ ਸਾਡੇ ਬਜਟ ਦਾ ਹਿੱਸਾ ਹੈ ਇਹ ਵਰਡ, ਅਸੀਂ ਇਹਨੂੰ ਲਗਾਤਾਰ ਚੱਲਦੇ ਹਾਂ। ਹੁਣ ਮਤਲਬ ਗੱਲ ਆਉਂਦੀ ਹੈਗੀ ਹੈ ਕਿ ਜੇ ਸਾਡੀ ਡਿਮਾਂਡ ਘਟੀ ਹੋਈ ਆ ਫਿਰ ਸਰਕਾਰ ਕੀ ਕਰੇ? ਆਪਾਂ ਜਿਸ ਤਰ੍ਹਾਂ ਹੁਣ ਖਾਸ ਕਰਕੇ ਕਰੋਨਾ ਦੇ ਟਾਈਮ ਤੇ ਬੜਾ ਵੱਡਾ ਇਸ਼ੂ ਆਇਆ ਸੀ ਤੇ ਐਜ਼ ਇਕਨੋਮਿਸਟ ਅਸੀਂ ਤੁਹਾਡੇ ਤੋਂ ਜਾਂ ਸਰਕਾਰ ਵੀ ਤੁਹਾਡੇ ਤੋਂ ਸਲਾਹ ਲੈਣਾ ਚਾਹੁੰਦੀ ਆ ਕਿ ਜੇ ਅਸੀਂ ਕੀ ਨਾ ਆ ਕੁਝ ਕਰਨਾ ਚਾਹੁੰਦੇ ਆ, ਉਹ 1 2 4 ਚੀਜ਼ਾਂ ਕੀ ਹੋ ਸਕਦੀਆਂ ਨੇ ਕਿ ਅਸੀਂ ਕਰੀਏ ਤੇ ਸਾਡਾ ਜਿਹੜਾ ਡੈਫਿਸਿਟ ਡਿਮਾਂਡ ਆ, ਡਿਮਾਂਡ ਘਟੀ ਹੋਈ ਆ, ਉਹ ਕਿਸ ਤਰ੍ਹਾਂ ਵਧੇ? ਕਿਉਂਕਿ ਵਪਾਰ ਸਾਰਾ ਦਾ ਸਾਰਾ ਡਿਮਾਂਡ ਦੇ ਨਾਲ ਹੈਗਾ ਆ ਤੇ ਅਸੀਂ ਉਹ ਜਿਹੜੀ ਡਿਮਾਂਡ ਹੈਗੀ ਆ ਉਹ ਕਿਸ ਤਰ੍ਹਾਂ ਵਧਾਉਣੀ ਹੈਗੀ, ਇਹਦੇ ਬਾਰੇ ਚਾਨਣ ਪਾਓ। ਦੇਖੋ ਇਹ ਬਹੁਤ ਇੰਪੋਰਟੈਂਟ ਟੌਪਿਕ ਹੈ। ਇਹ ਟੌਪਿਕ ਅਸੀਂ ਇਸ ਵਿੱਚ ਐਡ ਕੀਤਾ ਹੈ, ਲੇਕਿਨ +2 ਦੀ ਬੁੱਕ ਦੇ ਵਿੱਚ ਇਹ ਟੌਪਿਕ ਅਲੱਗ ਵੀ ਹੈ। ਅੱਛਾ, ਘੱਟ ਮੰਗ ਤੇ ਵੱਧ ਮੰਗ ਵਾਲਾ ਚੈਪਟਰ ਹੈ। ਦੋ ਅਲੱਗ, ਠੀਕ ਆ। ਔਰ ਹਰ ਦੇਸ਼ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਡੈਫੀਸੈਂਟ ਡਿਮਾਂਡ ਦਾ ਪ੍ਰੋਬਲਮ ਚੱਲ ਰਹੀ ਹੈ। ਕਰੋਨਾ ਤੋਂ ਬਾਅਦ ਜਾਂ ਉਸ ਤੋਂ ਬਾਅਦ ਕਹਿ ਲਓ ਜਿਹੜਾ ਰਸ਼ੀਅਨ ਯੂਕਰੇਨ ਦਾ ਜਿਹੜਾ ਵਾਰ ਚੱਲ ਰਹੀ ਹੈ, ਉਹਦੇ ਕਰਕੇ ਸਾਰਾ ਵਰਲਡ ਜਿਹੜਾ ਰਿਸੈਸ਼ਨ 'ਚ ਜਾ ਰਿਹਾ ਹੈ, ਜਿਹੜਾ ਬਹੁਤ ਜ਼ਿਆਦਾ ਮੰਦੀ ਦਾ ਜਿਹੜੇ ਹਾਲਾਤ ਨੇ ਸਾਰੇ ਦੇਸ਼ਾਂ ਦੇ ਵਿੱਚ ਆ ਰਹੇ ਨੇ। ਸ਼ਾਇਦ ਤੁਸੀਂ ਪੜ੍ਹਿਆ ਹੀ ਹੋਏਗਾ ਬਹੁਤ ਸਾਰੇ ਜੀ ਕਾਰਨ ਬਣ ਰਹੇ। ਔਰ ਕਿਹੜੇ ਸਰਕਾਰ ਫਿਜ਼ੀਕਲ ਮੈਜਰ ਅਡਾਪਟ ਕਰਦੀ ਹੈ ਘੱਟ ਮੰਗ ਨੂੰ ਠੀਕ ਕਰਨ ਦੇ ਲਈ? ਕਿਉਂਕਿ ਫਿਜ਼ੀਕਲ ਪਾਲਿਸੀ ਹੈ ਹੀ ਉਹਨਾਂ ਕੋਲ ਹੈ ਨਾ। ਬਿਲਕੁਲ, ਅਸੀਂ ਉਮੀਦ ਸਰਕਾਰ ਕੋਈ ਕਰ ਸਕਦੀ ਹੈ, ਸਰਕਾਰ ਹੀ ਜੇ ਮੈਂ ਜਾਂ ਤੁਸੀਂ ਚਾਹੀਏ ਤਾਂ ਆਪਾਂ ਸਿਰਫ ਸੁਜੈਸਟ ਕਰ ਸਕਦੇ ਹਾਂ, ਕਰਨੇ ਤੇ ਸਰਕਾਰ ਨੇ ਆ। ਤੇ ਉਹਦੇ ਵਿੱਚ ਜਿਹੜੇ 4 ਪੁਆਇੰਟ ਹੈਗੇ ਆ, ਮੈਨੂੰ ਲੱਗਦਾ ਕਿ ਆਪਾਂ ਬੋਲ ਦਈਏ ਤੇ ਇੱਕ ਕਰਕੇ ਫਿਰ ਪਹਿਲਾਂ ਦੇਖੋ ਜੀ, ਗਵਰਨਮੈਂਟ ਜੇ ਇਹ ਡੈਫੀਸ਼ੀਐਂਟ ਡਿਮਾਂਡ ਦੀ ਗੱਲ ਕਰ ਰਹੇ ਘੱਟ ਮੰਗ ਦੀ, ਜਦੋਂ ਦੇਸ਼ 'ਚ ਘੱਟ ਮੰਗ ਹੈ ਤਾਂ ਸਰਕਾਰ ਕੀ ਤਰੀਕੇ ਅਪਣਾਏ? ਉਹਨਾਂ ਦੇ ਇੱਕ इंक्रीज इन गवर्नमेंट एक्सपेंडिचर है, दूजा टैक्सेस ਨੂੰ ਘਟਾ ਕੇ ਹੈ, ਫਿਰ ਗਵਰਨਮੈਂਟ ਡੈਟ ਨੂੰ ਘਟਾ ਕੇ ਹੈ, ਔਰ ਚੌਥਾ ਡੈਫਿਸਿਟ ਫਾਈਨਾਂਸਿੰਗ ਨੂੰ ਕਰਕੇ ਵਧਾ ਕੇ ਹੋਰ ਡੈਫਿਸਿਟ ਫਾਈਨਾਂਸਿੰਗ ਕਰਕੇ ਕਰਦੇ। ਇਹਨੂੰ ਇੱਕ ਐਕਸਪਲੇਨ ਕਰਦੇ ਹਾਂ। ਬੱਚਿਆਂ ਦੇ ਪੁਆਇੰਟ ਆਫ ਨੂੰ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਜੇ ਉਹਨੂੰ ਕੁਐਸਚਨ ਆਉਂਦਾ ਨਾ ਉਹ ਸਮਝੇ ਵੀ 2 ਚੀਜ਼ਾਂ ਇਨਕਰੀਜ਼ ਕਰਨੀਆਂ ਤੇ 2 ਡਿਕਰੀਜ਼ ਕਰਨੀਆਂ। ਮੈਨੂੰ ਇਹ ਲੌਜੀਕ ਸਮਝ ਆ ਰਿਹਾ ਇਹਦੇ ਵਿੱਚ ਕਿ ਜੇ ਐਕਸਪੈਂਡੀਚਰ ਨੂੰ ਤੇ ਡੈਫਿਸਿਟ ਨੂੰ ਘਟਾ ਲਵੇ, ਸੌਰੀ ਇਨਕਰੀਜ਼ ਕਰ ਲਵੇ, ਤੇ ਟੈਕਸਸ ਤੇ ਜਿਹੜੇ ਕੀ ਨਾ ਗਵਰਨਮੈਂਟ ਡੈਟ ਹੈਗਾ ਆ ਉਹਨੂੰ ਘਟਾ ਲਵੇ ਤੇ ਕਿਤੇ ਨਾ ਕਿਤੇ ਮੁਸ਼ਕਲ ਜਿਹੜੀ ਹੱਲ ਹੋ ਜਾਂਦੀ ਹੈ। ਕੁਐਸਚਨ ਦਾ ਜਵਾਬ ਵੀ ਸਾਨੂੰ ਮਿਲਦਾ ਹੈਗਾ। ਹੁਣ ਆਪਾਂ ਕਹਿ ਰਹੇ ਵੀ ਐਕਸਪੈਂਡੀਚਰ ਵਧਾ ਲਵੇ, ਉਹਦੇ ਚ ਕੀ ਕਰੇ, ਕਿਉਂ ਵਧਾਵੇ? ਹੁਣ ਦੇਖੋ, ਮੈਂ ਪਹਿਲੀ ਗੱਲ ਕੀਤੀ ਕਿ ਗਵਰਨਮੈਂਟ ਐਕਸਪੈਂਡੀਚਰ ਬਹੁਤ ਵੱਡਾ ਇੰਸਟਰੂਮੈਂਟ ਹੈ ਤੇ ਇਸ ਤਰੀਕੇ ਨਾਲ ਗਵਰਨਮੈਂਟ ਐਕਸਪੈਂਡੀਚਰ ਨੂੰ ਕਿੱਦਾਂ ਵਧਾਉਣਾ, ਜ਼ਿਆਦਾ ਤੋਂ ਜ਼ਿਆਦਾ ਜਿਹੜਾ
ਕਿਸੇ ਆਪਣੇ ਜਿਹੜੇ ਸਰਕਾਰ ਦੇ ਕੰਮ ਹੈ ਉਹਦੇ ਵਿੱਚ ਖਰਚਾ ਕਰਨਾ, ਇਨਫਰਾਸਟ੍ਰਕਚਰ ਦੇ ਵਿੱਚ ਖਰਚਾ ਕਰਨਾ, ਜਿਹੜੀ ਹੋਰ ਦੇਸ਼ ਦੇ ਵਿੱਚ ਕਈ ਤਰੀਕੇ ਦੇ ਜਿਹੜੇ ਅਵੇਲੇਬਲ ਰਿਸੋਰਸਿਸ ਨੇ ਉਹਨਾਂ ਉੱਤੇ ਖਰਚਾ ਜ਼ਿਆਦਾ ਕਰਨਾ। ਔਰ ਇਹਨਾਂ ਕੀ ਹੋਏਗਾ, ਇਨਕਰੀਜ਼ ਡਿਮਾਂਡ ਆਫ ਗੁੱਡਸ, ਜਦੋਂ ਖਰਚਾ ਜ਼ਿਆਦਾ ਕਰੋਗੇ ਉਹ ਚੀਜ਼ਾਂ ਦੀ ਡਿਮਾਂਡ ਵਧੇਗੀ, ਜ਼ਿਆਦਾ ਡਿਮਾਂਡ ਹੋਏਗੀ ਜ਼ਿਆਦਾ ਉਹਦੀ ਪ੍ਰੋਡਕਸ਼ਨ ਹੋਏਗੀ, ਜ਼ਿਆਦਾ ਪ੍ਰੋਡਕਸ਼ਨ ਹੋਏਗੀ ਜ਼ਿਆਦਾ ਜੌਬਸ ਕ੍ਰੀਏਟ ਹੋਣਗੀਆਂ, ਜ਼ਿਆਦਾ ਜੌਬ ਕ੍ਰੀਏਟ ਹੋਣਗੀਆਂ ਔਰ ਫਿਰ ਮੋਰ ਡਿਮਾਂਡ, ਯਾਨੀ ਜਿਹੜੀ ਲੈਸ ਡਿਮਾਂਡ ਤੋਂ ਅਸੀਂ ਮੋਰ ਡਿਮਾਂਡ ਵੱਲ ਇੱਕ ਪੋਜ਼ਿਟਿਵ ਸਰਕਲ ਚ ਆਪਾਂ ਚੱਲ ਜਾਾਂਗੇ ਬਈ ਡਿਮਾਂਡ ਵਧੀ, ਪ੍ਰੋਡਕਸ਼ਨ ਵਧੀ, ਪ੍ਰੋਡਕਸ਼ਨ ਵਧੀ, ਜੌਬ ਮੇਰੇ ਕੋਲ ਹੈਗੀ ਆ ਤੇ ਹੁਣ ਮੈਂ ਡਿਮਾਂਡ ਫਿਰ ਪ੍ਰੋਡਕਟਸ ਦੀ ਜ਼ਿਆਦਾ ਕਰ ਰਿਹਾ ਹੈਗਾ, ਗੁੱਡਸ ਐਂਡ ਸਰਵਿਸ ਮੈਨੂੰ ਜ਼ਿਆਦਾ ਲੋੜ ਪੈ ਰਹੀ ਹੈ ਕੀ ਨੇ ਤੇ ਮਤਲਬ ਮੇਰੇ ਕੋਲ ਜੌਬ ਹੋਏਗੀ, ਮੇਰੇ ਕੋਲ ਇਨਕਮ ਜਨਰੇਟ ਹੋਏਗੀ, ਮੇਰੇ ਕੋਲ ਪੈਸੇ ਹੋਣਗੇ ਤੇ ਮੈਂ ਚੀਜ਼ ਖਰੀਦਾਂਗਾ। ਜੇ ਮੇਰੇ ਕੋਲ ਇਨਕਮ ਹੀ ਨਹੀਂ, ਜੇ ਮੇਰੀ ਕੋਲ ਪੈਸੇ ਹੀ ਨਹੀਂ ਤੇ ਮੈਂ ਚੀਜ਼ਾਂ ਕਿੱਥੋਂ ਖਰੀਦਾਂ। ਏਦਾਂ ਜ਼ਿਆਦਾ ਜੌਬਸ ਹੋਣਗੀਆਂ, ਜ਼ਿਆਦਾ ਪੈਸੇ ਆਣਗੇ, ਜ਼ਿਆਦਾ ਡਿਮਾਂਡ ਹੋਏਗੀ, ਉਹੀ ਮੇਨ ਹੈ। ਮੈਨੂੰ ਸ਼ਾਇਦ ਉਹ ਯਾਦ ਆ ਰਿਹਾ ਕਿ ਜਿਹੜਾ 20 ਲੱਖ ਕਰੋੜ ਦੀ ਇੱਕ ਵਾਰ ਇੱਕ ਗੱਲ ਹੋਈ ਸੀ ਨਾ ਕਰੋਨਾ ਵਿੱਚ 20 ਲੱਖ ਕਰੋੜ ਦਾ ਪੈਕੇਜ ਸਰਕਾਰ ਦਾ ਉਹ ਐਕਸਪੈਂਡੀਚਰ ਸੀ, ਕਿਤੇ ਨਾ ਕਿਤੇ ਗਿਆ ਹੋਏਗਾ ਪੈਸਾ, ਤਾਂ ਕਿ ਇਹ ਫਾਰਮੂਲਾ ਜਿਹੜਾ ਤੁਸੀਂ ਦੱਸ ਰਹੇ ਜੀ ਉਹ ਹੋਇਆ ਹੋਏਗਾ। ਤੇ ਟੈਕਸ ਘਟਾ ਦਈਏ ਜੀ। ਹਾਂਜੀ ਬਿਲਕੁਲ, ਟੈਕਸ ਨੂੰ ਘਟਾਉਣਾ, ਟੈਕਸ ਘਟਾਉਣ ਦੇ ਨਾਲ ਲੋਕਾਂ ਦੇ ਹੱਥ 'ਚ ਪੈਸੇ ਜ਼ਿਆਦਾ ਬਚਦੇ ਨੇ। ਮੰਨ ਲਓ ਤੁਸੀਂ 100 ਰੁਪਏ ਤੇ ਕਿਤੇ 20 ਰੁਪਏ ਟੈਕਸ ਦੇਣਾ ਹੈ, ਸਰਕਾਰ ਨੇ ਘਟਾ ਕੇ 10 ਰੁਪਏ ਕਰਤਾ, ਇਟ ਮੀਨ ਤੁਹਾਡੇ ਕੋਲ ਹੁਣ ਖਰਚਣ ਲਈ 90 ਰੁਪਏ ਬਚੇ ਨੇ, ਪਹਿਲੇ 80 ਬਚਦੇ ਸੀ, ਤੁਸੀਂ 90 ਦੀ ਚੀਜ਼ਾਂ ਖਰੀਦੋ। ਪੀਪਲ ਗਿਵ ਪੀਪਲ ਮੋਰ ਮਨੀ ਟੂ ਸਪੈਂਡ, ਲੋਕਾਂ ਦੇ ਹੱਥ 'ਚ ਜ਼ਿਆਦਾ ਪੈਸਾ ਆਏਗਾ ਖਰਚਣ ਦੇ ਲਈ, ਟੈਕਸ ਘਟ ਗਿਆ, ਠੀਕ ਹੈ। ਜ਼ਿਆਦਾ ਪੈਸੇ ਹੋਣਗੇ ਜ਼ਿਆਦਾ ਡਿਮਾਂਡ ਹੋਏਗੀ, ਜ਼ਿਆਦਾ ਡਿਮਾਂਡ ਹੋਏਗੀ, ਮਤਲਬ ਕੋਰਿਲੇਟ ਕਰ ਰਹੀਆਂ ਇੱਕ ਦੂਸਰੇ ਨਾਲ। ਮੈਂ ਦੇਖ ਰਿਹਾ ਹਾਂ ਕਿ ਇਹ ਕਿਸ ਤਰ੍ਹਾਂ ਅਗਰ ਆਪਾਂ ਟੈਕਸ ਨੂੰ ਘਟਾ ਰਹੇ ਹਾਂ ਤੇ ਆ ਵੇਖੋ ਵਰਡ ਮੋਰ ਵਾਲਾ ਕਿੰਨਾ ਜ਼ਿਆਦਾ ਆ ਰਿਹਾ ਹੈ ਕਿ ਜ਼ਿਆਦਾ ਪੈਸਾ ਆ ਗਿਆ, ਜ਼ਿਆਦਾ ਡਿਮਾਂਡ ਆ ਰਹੀ, ਜ਼ਿਆਦਾ ਡਿਮਾਂਡ ਆ ਰਹੀ, ਜ਼ਿਆਦਾ ਪ੍ਰੋਡਕਸ਼ਨ। ਠੀਕ, ਜ਼ਿਆਦਾ ਪ੍ਰੋਡਕਸ਼ਨ ਹੈ ਤੇ ਨੈਚੁਰਲੀ ਗੱਲ ਹੈ ਪ੍ਰੋਡਕਸ਼ਨ ਵਾਸਤੇ ਸਾਨੂੰ ਬੰਦੇ ਚਾਹੀਦੇ ਨੇ, ਇੰਪਲੋਇਮੈਂਟ ਰੇਟ ਵਧੇਗਾ, ਇੰਪਲੋਇਮੈਂਟ ਰੇਟ ਵਧੇਗਾ ਯਾਨੀ ਜ਼ਿਆਦਾ ਜੌਬਸ ਕ੍ਰੀਏਟ ਹੋਣਗੀਆਂ, ਜ਼ਿਆਦਾ ਜੌਬ ਕ੍ਰੀਏਟ ਹੋਣਗੀਆਂ ਔਰ ਡਿਮਾਂਡ ਇਨਕਰੀਜ਼ ਹੋਏਗੀ। ਮੇਨ ਮਕਸਦ ਤਾਂ ਕਿਸੇ ਦੇਸ਼ 'ਚ ਡਿਮਾਂਡ ਨੂੰ ਇਨਕਰੀਜ਼ ਕਰਨਾ ਸੀ, ਉਹ ਇਸੇ ਤਰੀਕੇ ਮੈਨੂੰ ਲੱਗਦਾ ਕਿ ਆਪਾਂ ਦੇਖੀਏ ਇੰਡੀਆ ਤੋਂ ਲੈ ਕੇ ਅਮਰੀਕਾ ਤੱਕ ਆ ਸਾਰੇ ਜਗ੍ਹਾ ਚੀਜ਼ਾਂ ਹੋ ਰਹੀਆਂ ਨੇ, ਬਿਲਕੁਲ ਹੋ ਰਹੀਆਂ ਨੇ, ਸਾਰੇ ਵਿਸ਼ਵ ਦੇ ਹਰ ਦੇਸ਼ ਜਿਹੜਾ ਇਹ ਚੀਜ਼ ਦੀ ਕਰਨ ਦੀ ਕੋਸ਼ਿਸ਼ ਕੋਈ ਨਾ ਕੋਈ ਖਬਰ ਹੋਏ ਨੇ। ਹੁਣ ਸਾਡੇ ਲਈ ਵੇਖਿਆ ਕਿ ਇੰਡੀਆ ਦੀ ਤੇ ਇੰਪੋਰਟੈਂਟ ਹੁੰਦੀ ਆ, ਅਸੀਂ ਕੀ ਨਾ ਕਿਤੇ ਨਾ ਕਿਤੇ ਯੂਐਸਏ ਦੀ ਵੀ ਬਹੁਤ ਧਿਆਨ ਰੱਖਦੇ ਆ ਕਿ ਉਹ ਵੀ ਰੈਪੋ ਰੇਟ ਘਟਾਤਾ, ਉਹਨਾਂ ਦੀ ਫਿਸਕਲ ਪਾਲਿਸੀ ਕੀ ਆ ਰਿਹਾ ਹੈਗਾ ਆ, ਉਹ ਟੈਕਸ ਘਟਾ ਰਹੇ ਨੇ, ਵਧਾ ਰਹੇ ਨੇ ਦੇ, ਪਰ ਕਿਉਂਕਿ ਇਹਦਾ ਡਾਇਰੈਕਟ ਰਿਲੇਸ਼ਨ ਜਿਹੜਾ ਹੈਗਾ ਆ ਕਿਤੇ ਨਾ ਕਿਤੇ ਹੈਗਾ ਆ। ਬਿਲਕੁਲ ਵੀ ਯੂਐਸ ਇਕਨੋਮੀ ਦਾ ਸਾਡੇ ਇੰਡੀਅਨ ਇਕਨੋਮੀ ਸਾਰੀ ਵਰਲਡ ਦੀ ਇਕਨੋਮੀ ਦੇ ਉੱਤੇ ਬਹੁਤ ਅਸਰ ਪੈਂਦਾ ਹੈ, ਕਿਉਂਕਿ ਹੁਣ ਅਸੀਂ ਕੋਈ ਕਲੋਜ਼ ਇਕਨੋਮੀ ਨਹੀਂ ਰਹਿ ਗਏ ਹਾਂ ਕਿ ਆਪਣੇ ਸਾਰੇ ਦੇਸ਼ ਜਿਹੜੇ ਆ ਸਾਰੇ ਦੇਸ਼ ਇੱਕ ਦੂਜੇ ਦੀ ਪਾਲਿਸੀਆਂ ਦੇ ਉੱਤੇ ਨਿਰਭਰ। ਜੇ ਮੰਨ ਲਓ ਰਸ਼ੀਆ ਕੁਝ ਕਰ ਰਿਹਾ ਹੈ, ਯੂਕਰੇਨ ਵਾਰ, ਉਹਦਾ ਅਸਰ ਸਾਰੇ ਦੇ ਵਿਸ਼ਵ ਦੇ ਪੈ ਰਿਹਾ। ਜੇ ਸਾਡੇ 'ਚ ਕੋਈ ਗੜਬੜ ਹੁੰਦੀ ਹੈ, ਸਾਡੇ ਦੇਸ਼ 'ਚ ਕੋਈ ਇਹੋ ਜਿਹੀ ਮੰਨ ਲਓ ਕੋਈ ਵਾਰ ਦੀ ਕੰਡੀਸ਼ਨ ਹੁੰਦੀ, ਉਹਦਾ ਅਸਰ ਬਾਕੀ ਦੇਸ਼ਾਂ 'ਤੇ ਪੈਂਦਾ। ਇਹ ਚੀਜ਼ਾਂ ਤਾਂ ਚੱਲਦੀਆਂ ਜੀ, ਇਸ ਕਰਕੇ ਇਹ ਸਾਰੀ ਪਾਲਿਸੀ। ਡੈਟ ਬਾਰੇ ਵੀ ਦੱਸ ਦਿਓ ਜੀ, ਡੈਟ ਆਪਾਂ ਡਿਕਰੀਜ਼ ਕਰਨ ਲੱਗੇ ਹਾਂ ਜੀ ਗਵਰਨਮੈਂਟ ਦਾ, ਗਵਰਨਮੈਂਟ ਡੈਟ ਨੂੰ ਜਿਹੜਾ ਡਿਕਰੀਜ਼ ਕਰਨਾ, ਘਟਾਣਾ ਜੀ। ਨੈਚੁਰਲੀ ਗੱਲ ਹੈ, ਦੇਖੋ ਡੈਟ ਦਾ ਮਤਲਬ ਕੀ ਹੁੰਦਾ, ਲੋਕਾਂ ਕੋਲੋਂ ਗਵਰਨਮੈਂਟ ਪੈਸਾ ਲੈ ਰਹੀ ਹੈ ਜੀ, ਉਹ ਪੈਸਾ ਗਵਰਨਮੈਂਟ ਕੋ ਜਾ ਰਿਹਾ। ਜੇ ਗਵਰਨਮੈਂਟ ਲੋਕਾਂ ਕੋ ਪੈਸਾ ਘੱਟ ਲਏਗੀ, ਡੈਟ ਘੱਟ ਲਏਗੀ ਤਾਂ ਕੀ ਹੋਏਗਾ, ਲੋਕਾਂ ਕੋ ਪੈਸੇ ਜ਼ਿਆਦਾ ਹੋਣਗੇ ਖਰਚਣ ਨੂੰ। ਅੱਛਾ, ਠੀਕ ਹੈ ਜੀ, ਜ਼ਿਆਦਾ ਪੈਸੇ ਹੋਣਗੇ ਜ਼ਿਆਦਾ ਡਿਮਾਂਡ ਵਧੇਗੀ, ਜ਼ਿਆਦਾ ਡਿਮਾਂਡ ਵਧੇਗੀ ਜ਼ਿਆਦਾ ਪ੍ਰੋਡਕਸ਼ਨ ਹੋਏਗੀ, ਜ਼ਿਆਦਾ ਪ੍ਰੋਡਕਸ਼ਨ ਹੋਏਗੀ ਜ਼ਿਆਦਾ ਜੌਬਸ ਆਣਗੀਆਂ, ਜ਼ਿਆਦਾ ਜੌਬਸ ਆਣਗੀਆਂ ਮੋਰ ਡਿਮਾਂਡ ਹੋਏਗੀ। ਇਦਾਂ ਵਿੱਚ ਚੀਜ਼ ਹੋਰ ਤੁਹਾਨੂੰ ਕਲੀਅਰ ਕਰਦਾ, ਬੈਂਕ ਕੀ ਕਰਦੇ ਨੇ ਜਦੋਂ ਡਿਮਾਂਡ ਇਨਕਰੀਜ਼ ਕਰਨੀ ਹੋਵੇ, ਬੈਂਕ ਕੀ ਕਰਦੇ ਨੇ, ਆਪਣਾ ਰੇਟ ਆਫ ਇੰਟਰਸਟ ਘਟਾ ਦਿੰਦੇ ਨੇ। ਹਾਂ ਠੀਕ ਆ। ਉਹ ਇੰਟਰਸਟ ਕਿਉਂ ਘਟਾਉਂਦੇ ਨੇ, ਲੋਕੀ ਘੱਟ ਇੰਟਰਸਟ ਤੇ ਬੈਂਕ 'ਚ ਰੱਖਣ ਦੀ ਬਜਾਏ ਸਪੈਂਡ ਕਰਨਾ ਪਸੰਦ ਕਰਨਗੇ, ਜਾਂ ਕਿਸੇ ਹੋਰ ਜਗ੍ਹਾ ਤੇ ਲਾਉਣਗੇ, ਜਾਂ ਸਟਾਕ ਮਾਰਕੀਟ 'ਚ ਲਗਾਉਣਗੇ, ਜਾਂ ਕਿਤੇ ਪਰਚੇਜ਼ਿੰਗ ਕਰਨਗੇ। ਇਹ ਗੱਲ ਕਲੀਅਰ ਹੋ ਰਹੀ ਹੈ ਕਿ ਅਗਰ ਅਸੀਂ ਡਿਮਾਂਡ ਵਧਾਉਣਾ ਚਾਹੁੰਦੇ ਹਾਂ ਤੇ ਪੈਸਾ इंसान को सिटीजन को ज्यादा होगी, सप्लाई ऑफ मनी, सप्लाई ऑफ मनी अगर उसको होएगा तो वो ज्यादा खर्चेगा तो जॉब भी बढ़ जाएगी, डिमांड भी बढ़ जाएगी। ये सारी चीजें एक साथ जुड़ रही हैं। मतलब ये सारी जिन्नी पॉलिसी तुसीं दस रहे जे ये किसी ने किते हत्थ विच पैसा जिन्हों देना वर्ड यूज किया जाता। बिल्कुल ਅਸੀਂ ਟੀਵੀ ਨਿਊਜ਼ ਜਦੋਂ ਵੀ ਵੇਖਦੇ ਆ ਤਾਂ ਕਹਿੰਦੇ ਹੁੰਦੇ ਕਿ ਹੁਣ ਸਰਕਾਰ ਨੇ ਆਮ ਜਨਤਾ ਦੇ ਹੱਥ ਵਿੱਚ ਜ਼ਿਆਦਾ ਪੈਸਾ ਦੇ ਦਿੱਤਾ ਹੈਗਾ। ਉਹਦੇ ਤੁਸੀਂ ਆ ਮੈਨੂੰ ਲੱਗਦਾ ਪੁਆਇੰਟ ਸਾਰੇ ਸਮਝਾਏ ਨੇ। ਇੱਕ ਹੋਰ ਲਾਸਟ ਰਹਿ ਗਿਆ ਆ ਸਾਡਾ ਇਨਕਰੀਜ਼ ਵਾਲਾ ਕਿ ਇਹਦੇ ਵਿੱਚ ਆਪਾਂ ਡੈਫਿਸਿਟ ਫਾਈਨੈਂਸਿੰਗ ਨੂੰ ਇਨਕਰੀਜ਼ ਕਰਨਾ ਹੈਗਾ। ਇਹ ਕਿਸ ਤਰ੍ਹਾਂ ਕਰਨਾ ਜੀ ਵੀ ਦੱਸ ਦਿਓ। ਡੈਫਿਸਿਟ ਫਾਈਨੈਂਸਿੰਗ ਨੂੰ ਇਨਕਰੀਜ਼ ਕਰਨਾ ਕਿ ਅਸੀਂ ਜ਼ਿਆਦਾ ਖਰਚਾ ਕਰਨਾ। ਸਾਡੇ ਕੋਲ ਆਮਦਨ ਤਾਂ ਘੱਟ ਹੈ ਲੇਕਿਨ ਅਸੀਂ
ਸੈਂਟਰਲ ਬੈਂਕ ਤੋਂ ਪੈਸੇ ਲੈ ਕੇ ਜਾਂ ਹੋਰ ਪੈਸਾ ਜਿਹੜਾ ਮੰਨ ਲਓ ਪ੍ਰਿੰਟ ਕਰਕੇ ਨੋਟ ਪ੍ਰਿੰਟ ਕਰਕੇ ਅਸੀਂ ਮਾਰਕੀਟ ਦੇ ਵਿੱਚ ਜ਼ਿਆਦਾ ਐਕਸਪੈਂਡੀਚਰ ਜ਼ਿਆਦਾ ਤੇ ਰੈਵਨਿਊ ਭਾਵੇਂ ਸਾਡਾ ਘੱਟ ਹੀ ਆ, ਬਿਲਕੁਲ ਰੈਵਨਿਊ ਡੈਫੀਸਿਟ ਫਾਈਨੈਂਸਿੰਗ ਚਲੇ ਜਾਵਾਂਗੇ। ਡੈਫੀਸਿਟ ਫਾਈਨੈਂਸਿੰਗ ਕਹਿੰਦੇ ਹੀ ਇਹਨੂੰ ਆ, ਵਧੇਗੀ। ਮੰਨ ਲਓ ਅਗਰ ਮੇਰਾ ਪਹਿਲਾਂ 5% ਡੈਫਿਸਿਟ ਫਾਈਨੈਂਸਿੰਗ ਹੈ ਤਾਂ ਐਰਕੀ ਮੈਂ 10 ਕਰ ਦਵਾਂਗਾ, 10 ਕਰ ਠੀਕ ਹੈ ਨਾ, ਵਧਾ ਦਵਾਂਗਾ। ਪਰ ਇਹਦਾ ਕਾਰਨ ਕੀ ਆ ਕਿ ਪੈਸਾ ਮੈਂ ਕਿਤੇ ਨਾ ਕਿਤੇ ਇਨਸਾਨ ਦੇ ਹੱਥ ਵਿੱਚ ਜ਼ਿਆਦਾ ਦੇਣ ਦੀ ਕੋਸ਼ਿਸ਼ ਕਰ ਦੇਸ਼ ਦੇ ਲੋਕਾਂ ਦੇ ਰਿਹਾ, ਸਪਲਾਈ ਹੋ ਜਾਏਗੀ ਮਨੀ ਦੀ, ਮੋਰ ਡਿਮਾਂਡ ਆਏਗੀ ਜੀ, ਜ਼ਿਆਦਾ ਡਿਮਾਂਡ ਹੋਏਗੀ, ਜ਼ਿਆਦਾ ਪ੍ਰੋਡਕਸ਼ਨ ਹੋਏਗੀ। ਉਹੀ ਗੱਲ, ਜ਼ਿਆਦਾ ਪ੍ਰੋਡਕਸ਼ਨ, ਜ਼ਿਆਦਾ ਨੌਕਰੀਆਂ, ਜ਼ਿਆਦਾ ਇਨਕਮ ਤੇ ਮੋਰ ਡਿਮਾਂਡ, ਵੱਧ ਮੰਗ, ਇਹ ਵੱਧ ਮੰਗ ਕਰਨ ਦਾ ਜੀ ਹੁਣ ਕਲੀਅਰ ਹੋ ਰਿਹਾ ਕਿ ਕਿੰਨਾ ਇਹ ਡੀਪ ਚੀਜ਼ਾਂ ਨੇ ਜਿਹੜੀਆਂ ਇੱਕ ਦੂਸਰੇ ਨਾਲ ਰਿਲੇਟ ਕਰਦੀਆਂ ਹੈਗੀਆਂ ਨੇ। ਲੇਮੈਨ ਕਈ ਵਾਰ ਸਾਨੂੰ ਆ ਚੀਜ਼ਾਂ ਨਹੀਂ ਸਮਝ ਆਉਂਦੀਆਂ ਕਿ ਇਹ ਸਰਕਾਰ ਕਿਉਂ ਕਰ ਰਹੀ ਆ। ਭਾਈ ਡੈਫਿਸਿਟ ਵਰਡ ਸੁਣ ਕੇ ਕਈ ਵਾਰ ਘਬਰਾ ਜਾਂਦੇ ਆ, ਪਰ ਕਿਤੇ ਨਾ ਕਿਤੇ ਉਹ ਵੀ ਦੇਸ਼ ਦੀ ਤਰੱਕੀ ਵਿੱਚ ਸਾਡਾ ਕਿਤੇ ਯੋਗਦਾਨ ਪਾ ਰਿਹਾ ਹੁੰਦਾ ਆ, ਤੇ ਉਹ ਸਾਨੂੰ ਹੁਣ ਸਮਝ ਆ ਰਹੀ ਹੈਗੀ ਆ ਕਿ ਕਿਸ ਤਰ੍ਹਾਂ ਇਹਦੇ ਵਿੱਚ। ਹੁਣ ਅਗਰ ਆਪਾਂ ਤੋਂ ਉਲਟਾ ਕੁਐਸਚਨ ਲੈ ਲਈਏ, ਕਿਉਂਕਿ ਅਸੀਂ ਬੱਚੇ ਦੇ ਪੁਆਇੰਟ ਆਫ ਵੀ ਨਾਲ ਜਾਂ ਟੀਚਰ ਦੇ ਪੁਆਇੰਟ ਆਫ ਵੀ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਕਿ ਅਸੀਂ ਸਾਡੇ ਕੋਲ ਨਾ ਡਿਮਾਂਡ ਪਹਿਲਾਂ ਹੀ ਬਹੁਤ ਜ਼ਿਆਦਾ ਹੋ ਗਈ ਆ, ਐਕਸੈਸ ਆਫ ਡਿਮਾਂਡ ਹੋ ਗਈ ਆ। ਉਹਦੇ ਕਰਕੇ ਮੈਨੂੰ ਲੱਗਦਾ ਜਿਹੜੀਆਂ ਸਮੱਸਿਆ ਦੇਸ਼ 'ਚ ਆ ਰਹੀਆਂ ਨੇ ਵੀ ਆ ਰਹੀਆਂ ਨੇ, ਮਹਿੰਗਾਈ ਦਰ ਬਹੁਤ ਵੱਧ ਰਹੀ ਹੈਗੀ ਆ, ਤੇ ਸਰਕਾਰ ਹੁਣ ਦੂਸਰੇ ਪਾਸੇ ਸੋਚਣਾ ਚਾਹੁੰਦੀ ਆ ਤੇ ਫਿਰ ਕੀ ਕਰੇ। ਤੇ ਮੈਨੂੰ ਲੱਗਦਾ ਇਹਦੇ ਵਿੱਚ ਇਸ ਕੁਐਸਚਨ ਨੂੰ ਉਲਟਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ 4 ਪੁਆਇੰਟਸ ਆਪਾਂ ਪਹਿਲਾਂ ਦੱਸੇ ਸੀ ਸ਼ਾਇਦ ਉਹਨੂੰ ਹੀ ਆਪਾਂ ਉਲਟਾ ਕਰ ਰਹੇ ਹੈਗੇ ਆ ਕਿ ਜਿੱਥੇ ਵਰਡ ਪਹਿਲਾਂ ਡਿਕਰੀਜ਼ ਆਇਆ ਸੀ ਉੱਥੇ ਹੁਣ ਕੀ ਨਾ ਇਨਕਰੀਜ਼ ਕਰ ਲਾਂਗੇ, ਤੇ ਜਿੱਥੇ ਸਾਡਾ ਡਿਕਰੀਜ਼ ਸੀ ਉੱਥੇ ਉਲਟਾ ਹੋ ਰਿਹਾ ਹੈਗਾ ਆ। ਇਹਦੇ ਬਾਰੇ ਤੁਸੀਂ ਕਲੀਅਰ ਕਰ ਦਿਓ। ਬਹੁਤ ਤੁਸੀਂ ਨਬਜ ਪਛਾਣੀ ਹੈ ਜੀ। ਬਿਲਕੁਲ ਜਿਹੜੇ ਪਹਿਲੀ ਜਿਹੜੀ ਅਸੀਂ ਕੀਤੀ ਸੀ ਵੱਧ ਮੰਗ ਦੀ ਜਾਂ ਘੱਟ ਮੰਗ ਦੀ ਗੱਲ ਕੀਤੀ ਸੀ, ਵੱਧ ਮੰਗ ਦੇ ਕੇਸ ਦੇ ਵਿੱਚ ਅਸੀਂ ਉਸ ਤੋਂ ਉਲਟ ਜਿਹੜੇ ਸਾਰੀਆਂ ਜਿਹੜੇ ਮੈਜ਼ਰ ਹੈ ਉਹ ਸਰਕਾਰ ਅਡਾਪਟ ਕਰਦੀ ਹੈ ਜੀ। ਫॉर एग्जांपल ਪਹਿਲੇ ਹੀ ਹੈ ਰਿਡਕਸ਼ਨ ਇਨ ਗਵਰਨਮੈਂਟ ਐਕਸਪੈਂਡੀਚਰ, ਆਪਣੇ ਖਰਚੇ ਘਟਾ ਦੇ। ਐਕਸੈਸ ਡਿਮਾਂਡ ਹੁੰਦੀ ਕਦੋਂ ਹੈ? ਐਕਸੈਸ ਡਿਮਾਂਡ ਦਾ ਮਤਲਬ ਹੈ ਕਿ ਪ੍ਰੋਡਕਸ਼ਨ ਘੱਟ ਹੈ, ਮਾਰਕੀਟ 'ਚ ਚੀਜ਼ ਘੱਟ ਅਵੇਲੇਬਲ ਹੈ ਔਰ ਉਹਦੀ ਡਿਮਾਂਡ ਜ਼ਿਆਦਾ ਹੈ, ਜਿਸ ਕਰਕੇ ਕੀ ਹੋਏਗਾ? ਮਹਿੰਗਾਈ ਹੋਏਗੀ, ਜਿਹਨੂੰ ਕਹਿੰਦੇ ਇਨਫਲੇਸ਼ਨ ਹੋਏਗੀ, ਚੀਜ਼ਾਂ ਦੀ ਕੀਮਤਾਂ ਵਧਣਗੀਆਂ। ਇਹ ਚੀਜ਼ ਨੂੰ ਅਸੀਂ ਐਕਸੈਸ ਡਿਮਾਂਡ ਕਹਿੰਦੇ ਹਾਂ। ਔਰ ਰਿਡਕਸ਼ਨ ਇਨ ਗਵਰਨਮੈਂਟ ਐਕਸਪੈਂਡੀਚਰ, ਗਵਰਨਮੈਂਟ ਆਪਣਾ ਐਕਸਪੈਂਡੀਚਰ ਨੂੰ ਘਟਾ ਦੇਗੀ, ਟੈਕਸਿਸ ਵਧਾ ਦੇਗੀ, ਟੈਕਸ ਜ਼ਿਆਦਾ ਲਵੇ, ਬਿਲਕੁਲ। ਔਰ ਗਵਰਨਮੈਂਟ ਡੈਟ ਜਿਹੜਾ ਵਿਦ ਇਨ ਕੰਟਰੀ ਜਿਹੜਾ ਉਹ ਵਧਾਏ, ਵਿਦ ਇਨ ਕੰਟਰੀ ਦੀ ਗੱਲ ਕਰ ਰਹੇ ਹਾਂ, ਇਹ ਬੜਾ ਇੰਪੋਰਟੈਂਟ ਚੀਜ਼ ਹੈ। ਵਿਦ ਇਨ ਕੰਟਰੀ ਮੈਂ ਕਹਿੰਦਾ ਹਾਂ ਕਿ ਇਹ ਚੀਜ਼ ਬੜਾ ਇਸ਼ੂ ਬਣ ਬੜਾ ਇਸ਼ੂ ਹੈ ਜੀ। ਔਰ ਰਿਡਕਸ਼ਨ ਇਨ ਡੈਫਿਸਿਟ ਫਾਈਨੈਂਸਿੰਗ ਔਰ ਡੈਫਿਸਿਟ ਫਾਈਨੈਂਸਿੰਗ ਵੀ ਘਟਾ ਦੇ। ਇਹਨੂੰ ਸਮਝ ਇਹ ਗੱਲ ਆ ਰਹੀ ਹੈ ਕਿ ਜਿਹੜਾ ਹੱਥ ਵਿੱਚ ਪੈਸਾ ਸੀ ਉਹਨੂੰ ਹੁਣ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਬਿਲਕੁਲ। ਹੁਣ ਭਾਈ ਟੈਕਸ ਮੈਨੂੰ ਦੇ ਦਿਓ, ਮੈਂ ਆਪਣਾ ਕੋਈ ਖਰਚਾ ਨਹੀਂ ਕਰ ਰਹੀ, ਸਰਕਾਰ ਤੁਹਾਡੇ ਕੋਲ ਪੈਸਾ ਪਹੁੰਚੇਗਾ ਨਹੀਂ। ਮਤਲਬ ਕਿਤੇ ਨਾ ਕਿਤੇ ਇਹ ਗੱਲ ਜੁੜਦੀ ਇਸ ਤਰ੍ਹਾਂ ਕੀ ਆ ਕਿ ਅਸੀਂ ਹੁਣ ਡਿਮਾਂਡ ਨੂੰ ਕਿਸ ਤਰ੍ਹਾਂ ਘਟਾਉਣਾ ਆ, ਤੇ ਕੀ ਕਹਿ ਰਹੀ ਹੈ ਕਿ ਵੀ ਮਨੀ ਕੀ ਹੋ ਜਾਵੇ ਇਕਨੋਮਿਕਸ ਵਿੱਚ, ਲੈਸ ਹੋ ਜਾਏ, ਲੈਸ ਵਰਡ ਯੂਜ਼ ਕਰ ਰਹੇ। ਕੈਸ਼ ਇਨ ਹੈਂਡ ਬੰਦੇ ਕੋ ਘੱਟ ਹੋਣਾ ਚਾਹੀਦਾ ਖਰਚਣ ਦੇ ਲਈ, ਘੱਟ ਪੈਸੇ ਹੋਣਗੇ ਉਹ ਨੈਚੁਰਲੀ ਗੱਲ ਹੈ ਘੱਟ ਖਰਚਾ ਕਰੇਗਾ। ਉਹਦੇ ਕੋਲ ਰਿਡਕਸ਼ਨ ਇਨ ਗਵਰਨਮੈਂਟ ਐਕਸਪੈਂਡੀਚਰ ਦੀ ਗੱਲ ਕੀਤੀ ਤੇ ਲੈਸ ਮਨੀ ਇਨ ਇਕਨੋਮੀ, ਨੈਚੁਰਲੀ ਗੱਲ ਹੈ ਜੇ ਸਰਕਾਰ ਘੱਟ ਖਰਚਾ ਕਰੇਗੀ ਕੰਮਾਂ ਦੇ ਉੱਤੇ, ਸਰਕਾਰ ਦਾ ਪੈਸਾ ਵੀ ਤੇ ਆਪੇ ਕਮਾ ਕੇ ਸਮਾਜ 'ਚ ਹੀ ਆਉਂਦਾ, ਲੋਕਾਂ ਕੋਲ ਹੀ ਆਉਂਦਾ। ਲੈਸ ਮਨੀ ਇਨ ਇਕਨੋਮੀ ਹੋਏਗੀ, ਲੈਸ ਮਨੀ ਹੋਏਗੀ, ਉਹਦੀ ਲੈਸ ਡਿਮਾਂਡ ਹੈ, ਲੈਸ ਡਿਮਾਂਡ ਹੈ ਉਹਦੀ ਲੋਅਰ ਇਨਫਲੇਸ਼ਨ ਹੈ। ਮੇਨ ਇਹ ਮੈਜਰ ਕਰਦੇ ਕਿਉਂ? ਜੇ ਅਸੀਂ ਇਨਫਲੇਸ਼ਨ ਨੂੰ ਕੰਟਰੋਲ ਕਰਨ ਦੇ ਲਈ ਇਹ ਮੈਜਰ ਅਡਾਪਟ ਕਰਦੇ ਆ, ਤੇ ਉਹਦੇ ਵਿੱਚ ਕਲੀਅਰ ਹੋ ਗਿਆ ਕਿ ਜਿੱਦਾਂ ਸਪਲਾਈ ਮਨੀ ਦੀ ਘੱਟ ਹੋਏਗੀ ਇਕਨੋਮੀ ਦੇ ਵਿੱਚ, ਉਹਦੇ ਨਾਲ ਜਿਹੜੀ ਹੈ ਡਿਮਾਂਡ ਜਿਹੜੀ ਆ ਉਹ ਘਟੇਗੀ, ਘੱਟ ਡਿਮਾਂਡ ਦੇ ਨਾਲ ਲੋਅਰ ਇਨਫਲੇਸ਼ਨ ਵੀ ਹੋਏਗੀ। ਇਸੇ ਤਰੀਕੇ ਜਿਵੇਂ ਪਿੱਛੇ ਤੁਹਾਨੂੰ ਡਿਸਕਸ ਕੀਤਾ ਸੀ ਕਿ ਬੈਂਕ ਜਿਹੜੇ ਹੈ ਇਸ ਮੌਕੇ ਦੇ ਉੱਤੇ ਰੇਟ ਆਫ ਇੰਟਰਸਟ ਵਧਾ ਦਿੰਦੇ ਨੇ ਤਾਂ ਕਿ ਲੋਕੀ ਜਿਹੜੇ ਬੈਂਕ ਦੀ ਡਿਪੋਜ਼ਿਟ ਵਧੇ, ਲੋਕੀ ਬੈਂਕਾਂ ਦੇ ਵਿੱਚ ਪੈਸੇ ਜ਼ਿਆਦਾ ਜਮ੍ਹਾਂ ਕਰਾਉਣ, ਬੈਂਕ 'ਚ ਪੈਸਾ ਜ਼ਿਆਦਾ ਜਾਏਗਾ, ਲੋਕਾਂ ਦੇ ਹੱਥ 'ਚ ਖਰਚਣ ਨੂੰ ਘੱਟ ਹੋਏਗਾ, ਨੋ ਡਾਊਟ ਜਿਹੜੀ ਹੈ ਉਹ ਇਨਫਲੇਸ਼ਨ ਜਿਹੜੀ ਉਹ ਘੱਟ ਹੋਏਗੀ ਜੀ। ਇਹ ਚੀਜ਼ਾਂ ਜੁੜੀਆਂ ਹੋਈਆਂ ਨੇ। ਹੁਣ ਆਪਾਂ ਕਹਿੰਦੇ ਵੀ ਟੈਕਸ ਵਧਾ ਦਈਏ, ਟੈਕਸ ਵਧਾਉਣ ਦਾ ਵਿਸ਼ਾ ਕਾਰਨ ਉਹੀ ਹੋ ਰਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਜ਼ਿਆਦਾ ਟੈਕਸ ਮਿਲ ਜਾਵੇ ਤਾਂ ਕਿ ਮਨੀ ਜਿਹੜੀ ਇਕਨੋਮਿਕਸ ਵਿੱਚ ਆ ਉਹ ਘਟੇ। ਬਿਲਕੁਲ, ਘੱਟ ਪੈਸਾ, ਘੱਟ ਡਿਮਾਂਡ ਤੇ ਫਿਰ ਇਨਫਲੇਸ਼ਨ ਘਟਾਉਣੀ। ਯਾਨੀ ਕਿ ਜਦੋਂ ਵੀ ਸਵਾਲ ਉੱਠਦਾ ਆ ਕਿ ਵੀ ਇਨਫਲੇਸ਼ਨ ਬਹੁਤ ਵੱਧ ਰਹੀ ਆ, ਉਦੋਂ ਕਿਤੇ ਨਾ ਕਿਤੇ ਸਾਨੂੰ ਇਹ ਮੇਜਰ ਲੈਣੇ ਪੈਂਦੇ। ਦੇਖੋ ਇਹ ਕੁਐਸਚਨ ਹੋਰ ਬੱਚਿਆਂ ਤੇ ਤਿਆਰ ਹੋ ਜਾਂਦਾ ਹੈ, ਇਨਫਲੇਸ਼ਨ ਨੂੰ ਘਟਾਉਣ ਵਾਸਤੇ, ਮੁਦਰਾਸਫੀਤੀ ਨੂੰ ਘਟਾਉਣ ਵਾਸਤੇ ਸਰਕਾਰ ਦੁਆਰਾ ਕਿਹੜੀ ਨੀਤੀਆਂ ਅਪਣਾਈ ਜਾਂਦੀਆਂ ਨੇ। ਇਹ ਜਿਹੜੇ ਅਸੀਂ ਪੁਆਇੰਟ ਡਿਸਕਸ ਕਰ ਰਹੇ ਹਾਂ, ਬੱਚਾ ਇਹੀ ਪੁਆਇੰਟ ਮੇਨ ਐਸੀ ਤਰੀਕੇ ਲਿਖ ਦੇਵੇ ਤੇ ਉਹਦਾ ਕੁਐਸਚਨ ਜਿਹੜਾ ਤਿਆਰ ਹੋ ਸਕਦਾ। ਪਰ ਇਹ ਦੋ ਕੁਐਸਚਨ ਤੁਸੀਂ ਕਰਾਤੇ ਹੈਗੇ ਨੇ ਬੜੇ ਆਸਾਨ ਸ਼ਬਦਾਂ ਵਿੱਚ। ਜੀ ਅਗਰ ਆਪਾਂ
ਡਿਮਾਂਡ ਘਟਾਉਣਾ ਚਾਹੁੰਦੇ ਆ ਜਾਂ ਕੀ ਨਾ ਆ ਮਨੀ ਵਧਾਉਣਾ ਚਾਹੁੰਦੇ ਆ, ਕਿਸ ਤਰ੍ਹਾਂ ਇਹ ਚੀਜ਼ਾਂ ਆਪਸ ਵਿੱਚ ਜੁੜੀਆਂ ਹੋਈਆਂ ਤੇ ਜੇ ਸਾਨੂੰ ਸਮਝ ਆ ਗਿਆ ਆ ਕਿ ਇਨਕਰੀਜ਼ ਆਪਾਂ, ਕਿਉਂਕਿ ਇਹ ਕਈ ਵਾਰ ਸਵਾਲ ਉੱਠਦਾ ਆ ਐਜ਼ ਅ ਲੇਮੈਨ, ਬਹੁਤ ਵੱਡਾ ਸਵਾਲ ਹੁੰਦਾ ਕਿ ਵੀ ਸਰਕਾਰ ਟੈਕਸ ਕਿਉਂ ਵਧਾ ਰਹੀ ਹੈਗੀ ਆ, ਠੀਕ ਹੈ ਨਾ, ਤੇ ਉਹ ਕੀ ਨਾ ਲੇਮੈਨ ਨੂੰ ਸਮਝਾਉਣਾ ਕਈ ਵਾਰ ਬੜਾ ਔਖਾ ਹੋ ਜਾਂਦਾ ਕਿ ਜਿਹੜਾ ਵਧਾ ਰਹੀ ਹੈਗੀ ਆ ਉਹਦੇ ਪਿੱਛੇ ਕਾਰਨ ਕਿਤੇ ਕਿਤੇ ਸਾਡੇ ਫਾਇਦੇ ਦਾ ਹੀ ਹੈਗਾ ਆ ਕਿ ਉਹਨਾਂ ਇਨਫਲੇਸ਼ਨ ਘਟ ਜਾਏਗੀ ਤੇ ਕਿਤੇ ਨਾ ਕਿਤੇ ਓਵਰਆਲ ਸਾਨੂੰ ਹੀ ਫਾਇਦਾ ਹੋਏਗਾ। ਉਸ ਤੋਂ ਬਾਅਦ ਉਹ ਕਹਿ ਰਹੀ ਹੈ ਕਿ ਡੈਟ ਬਾਰੇ ਵੀ ਕੋਈ ਗੱਲ ਕਰ ਰਹੀ ਹੈਗੀ ਆ, ਪਬਲਿਕ ਡੈਟ ਫਰਮ ਵਿਦ ਇਨ ਦਾ ਕੰਟਰੀ ਵਧਾਣਾ। ਦੇਖੋ ਫਿਰ ਉਹੀ ਗੱਲ ਆ ਗਈ, ਸਰਕਾਰ ਲੋਕਾਂ ਕੋਲੋਂ ਡੈਟ ਲੈਂਦੀ ਹੈ, ਆਪਣੇ ਬੌਂਡਸ ਵੇਚਦੀ ਹੈ, ਆਪਣੇ ਹੋਰ ਕੋਈ ਸਿਕਿਉਰਿਟੀ ਜਿਹੜੀਆਂ ਪਬਲਿਕ ਚ ਮੂਵ ਕਰਦੀ ਹੈ, ਉਹਦੇ ਨਾਲ ਕੀ ਹੁੰਦਾ, ਲੋਕ ਉਹਨਾਂ ਨੂੰ ਖਰੀਦਦੇ ਨੇ, ਉਹ ਖਰੀਦਦੇ ਨੇ ਤੇ ਪੈਸਾ ਸਰਕਾਰ ਕੋ ਵਾਪਸ ਆਰਬੀਆਈ ਕੋਲ ਆਂਦਾ, ਘਟ ਗਿਆ ਸਰਕਾਰ ਕੋ ਵੱਧ ਗਿਆ ਸਰਕਾਰ ਉਹਨਾਂ ਕੋ ਪੈਸਾ ਉਹਨਾਂ ਦੇ ਹੱਥ ਚ ਘਟ ਗਿਆ। ਨੋ ਡਾਊਟ ਕੀ ਹੋਏਗਾ, ਲੈਸ ਮਨੀ ਇਨ ਇਕਨੋਮੀ ਹੋਏਗੀ, ਲੈਸ ਮਨੀ ਹੋਏਗੀ ਤੇ ਲੈਸ ਡਿਮਾਂਡ ਹੋਏਗੀ, ਲੈਸ ਡਿਮਾਂਡ ਹੋਏਗੀ ਤੇ ਲੈਸ ਇਨਫਲੇਸ਼ਨ ਹੋਏਗੀ, ਔਰ ਇਨਫਲੇਸ਼ਨ ਇਸ ਤਰੀਕੇ ਨਾਲ ਕਰਬ ਕੀਤੀ ਜਾ ਸਕਦੀ ਹੈ, ਦੇਸ਼ ਚ ਮਹਿੰਗਾਈ ਨੂੰ ਘਟਾਇਆ ਜਾ ਸਕਦਾ। ਮਜ਼ੇਦਾਰ ਸੈਸ਼ਨ ਚੱਲ ਰਿਹਾ ਆ ਤੇ ਸਾਨੂੰ ਹੁਣ ਬਹੁਤ ਕਲੀਅਰ ਹੋ ਰਿਹਾ ਕਿਉਂਕਿ ਇਹ ਗੱਲਾਂ ਜਦੋਂ ਆਪਾਂ ਟੀਵੀ ਤੇ ਸੁਣਦੇ ਹਾਂ ਉਹ ਸਾਨੂੰ ਟੀਵੀ ਤੱਕ ਰਹਿ ਜਾਂਦੀਆਂ ਸੀ, ਮਗਰ ਹੁਣ ਸਾਨੂੰ ਇਹ ਸਮਝ ਆ ਰਿਹਾ ਕਿ ਇਹ ਚੀਜ਼ਾਂ ਕਿਸ ਤਰ੍ਹਾਂ ਜੁੜੀਆਂ ਹੁੰਦੀਆਂ ਨੇ ਤੇ ਕਿਤੇ ਨਾ ਕਿਤੇ ਸਰਕਾਰ ਵਾਸਤੇ ਕਿੰਨਾ ਜ਼ਰੂਰੀ ਹੁੰਦਾ ਇਹ ਕੰਮ ਕਰਨਾ, ਜਿਹਨੂੰ ਆਪਾਂ ਕਈ ਵਾਰ ਨੈਗੇਟਿਵਲੀ ਸੋਚ ਰਹੇ ਹੁੰਦੇ ਕਿ ਕਿਉਂ ਹੋ ਰਿਹਾ, ਟੈਕਸ ਕਿਉਂ ਵਧ ਰਹੇ ਹੈਗੇ ਨੇ ਇਕਨੋਮਿਕਸ ਵਿੱਚ, ਇਸ ਤਰ੍ਹਾਂ ਕਿਉਂ ਹੋ ਰਿਹਾ ਹੈਗਾ ਆ। ਇੱਕ ਆਖਰੀ ਹੋਰ ਤੁਸੀਂ ਸਮਝਾ ਦਿਓ ਕਿ ਜਿਹੜਾ ਡੈਫਿਸਿਟ ਹੈਗਾ ਆ ਉਹਨੂੰ ਵੀ ਹੁਣ ਘਟਾਉਣਾ ਹੈ, ਵਧਾਉਣਾ ਨਹੀਂ ਹੈਗਾ। ਜੇ 10% ਸਾਡਾ ਘਾਟੇ ਦਾ ਬਜਟ ਜਿਹਨੂੰ ਆਪਾਂ ਕਹਿ ਰਹੇ ਹਾਂ, ਹੁਣ ਸ਼ਾਇਦ ਮੈਂ ਸਮਝਾਂਗਾ ਕਿ 5 ਜਾਂ 2-4 ਤੇ ਆਏਗਾ। ਬਿਲਕੁਲ ਦੇਖੋ ਇਹ ਵੈਸੇ ਏਡਾ ਸੌਖਾ ਨਹੀਂ ਹੁੰਦਾ ਡੈਫਿਸਿਟ ਫਾਈਨਾਂਸਿੰਗ ਨੂੰ ਘਟਾਉਣਾ, ਲੇਕਿਨ ਫਿਰ ਵੀ ਸਰਕਾਰ ਬੜੇ ਐਸੇ ਮੈਜ਼ਰ ਕਰਦੀ ਹੈ ਜਿਹਦੇ ਨਾਲ ਕਿ ਮਨੀ ਸਪਲਾਈ ਨੂੰ ਦੇਸ਼ 'ਚ ਘਟਾਇਆ ਜਾ ਸਕੇ, ਔਰ ਉਹਨਾਂ 'ਚ ਇੱਕ ਮੈਜ਼ਰ ਜਿਹੜਾ ਡੈਫਿਸਿਟ ਫਾਈਨਾਂਸਿੰਗ ਹੈ, ਇਹਦੇ ਨਾਲ ਕੀ ਕੀਤਾ ਜਾਂਦਾ ਹੈ ਕਿ ਘਾਟੇ ਦਾ ਬਜਟ ਜਿਹੜਾ ਉਹਨੂੰ ਕੋਸ਼ਿਸ਼ ਕੀਤਾ ਜਾਂਦਾ ਕਿ ਜਿਹੜਾ ਰਾਜਕੋਸ਼ੀ ਘਾਟਾ ਹੈ ਉਹਨੂੰ ਘਟਾ ਕੇ ਉਹ ਜ਼ਰੂਰੀ ਹੈ। ਇਹ ਡੈਫਿਸਿਟ ਫਾਈਨਾਂਸਿੰਗ ਇੱਕ ਬਹੁਤ ਇੰਪੋਰਟੈਂਟ ਹੈ ਕਿਸੇ ਦੇਸ਼ ਦੀ ਡਿਵੈਲਪਮੈਂਟ ਤੇ, ਲੇਕਿਨ ਉਹਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਹੈ। ਘਟਾਵਾਂਗੇ ਨੈਚੁਰਲੀ ਗੱਲ ਹੈ, ਘੱਟ ਪੈਸਾ ਜਿਹੜਾ ਲੋਕਾਂ ਦੇ ਹੱਥ 'ਚ ਆਏਗਾ, ਮਾਰਕੀਟ 'ਚ ਮਨੀ ਸਪਲਾਈ ਘਟੇਗੀ ਤੇ ਡਿਮਾਂਡ ਵੀ ਜਿਹੜੀ ਹੈ ਉਹ ਘੱਟ ਹੋਏਗੀ, ਘੱਟ ਡਿਮਾਂਡ ਹੋਏਗੀ ਤੇ ਘੱਟ ਇਨਫਲੇਸ਼ਨ ਹੋਏਗੀ, ਦੇਸ਼ 'ਚ ਜਿਹੜੀ ਮੁਦਰਾਸਫੀਤੀ ਹੈ, ਜਿਹੜੀ ਇਨਫਲੇਸ਼ਨ ਹੈ ਉਹਦੀ ਦਰ ਵੀ ਘਟੇਗੀ। ਔਰ ਇੱਕ ਬਹੁਤ ਇੰਪੋਰਟੈਂਟ ਇੰਸਟਰੂਮੈਂਟ ਜਿਹੜਾ ਉਹ ਡੈਫਿਸਿਟ ਫਾਈਨਾਂਸਿੰਗ ਵੀ ਹੈ। ਕਿਉਂਕਿ ਇਹ ਵਰਡ ਜੋ ਡੈਫਿਸਿਟ ਫਾਈਨਾਂਸਿੰਗ ਸੁਣਦੇ ਨਾ, ਮੈਂ ਸੋਚਦਾ ਨਾ ਸਭ ਤੋਂ ਕਨਫਿਊਜ਼ਿੰਗ ਹੈ। ਪਹਿਲਾਂ ਤਾਂ ਟੈਕਸ ਵੀ ਇਨਡਾਇਰੈਕਟ ਤੇ ਡਾਇਰੈਕਟ ਨਹੀਂ ਬੱਚਿਆਂ ਨੂੰ ਜਾਂ ਲੇਮੈਨ ਨੂੰ ਐਟਲੀਸਟ ਨਹੀਂ ਸਮਝ ਆਉਂਦੇ, ਮਗਰ ਜਿਹੜਾ ਡੈਫਿਸਿਟ ਫਾਈਨਾਂਸਿੰਗ ਦਾ ਸੀ ਇਹ ਤੁਸੀਂ ਬੜਾ ਵਧੀਆ ਕਨਸੈਪਟ ਸਮਝਾਇਆ ਕਿ ਕਿਸ ਤਰ੍ਹਾਂ ਫਰਕ ਪਾ ਦਿੰਦਾ ਹੈਗਾ ਆ। ਤੇ ਰਾਜਿੰਦਰ ਜੀ ਅਸੀਂ ਬਹੁਤ ਤੁਹਾਡੇ ਧੰਨਵਾਦੀ ਹਾਂ ਕਿ ਇੱਕ ਜਿਹੜਾ ਸਭ ਤੋਂ ਔਖੇ ਟੌਪਿਕਸ ਹੁੰਦੇ ਨੇ ਤੁਸੀਂ ਟੀਚਰਸ ਨੂੰ ਵੀ ਬੜੇ ਆਸਾਨੀ ਦੇ ਨਾਲ ਕਲੀਅਰ ਕਰ ਦਿੰਦੇ ਹੈਗੇ ਜੇ, ਤੇ ਹੁਣ ਤੁਸੀਂ ਸਾਡੇ ਸਟੂਡੀਓ 'ਚ ਆਏ ਤੇ ਮੈਂ ਸਮਝਦਾ ਹੈਗਾ ਐਜ਼ ਏ ਕਮਰਸ ਦਾ ਜੇ ਮੈਂ ਆਪਣੇ ਆਪ ਨੂੰ ਟੀਚਰ ਕਹਾਂ ਤਾਂ ਵੀ ਮੈਨੂੰ ਇਹ ਟੌਪਿਕ ਬੜਾ ਕਲੀਅਰ ਹੋ ਗਿਆ ਆ, ਤੇ ਜੇ ਮੈਨੂੰ ਇਹਦਾ ਵਿਦਿਆਰਥੀ ਦੀ ਤਰ੍ਹਾਂ ਲਵਾਂ ਤਾਂ ਵੀ ਇਹ ਮੈਨੂੰ ਟੌਪਿਕ ਬਹੁਤ ਕਲੀਅਰ ਹੋ ਗਿਆ ਆ। ਤਾਂ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਕੋਲ ਇਸ ਤਰ੍ਹਾਂ ਹੀ ਆਉਂਦੇ ਰਹੋ, ਸਾਡੇ ਟੌਪਿਕ ਜਿਹੜੇ ਆ ਕਲੀਅਰ ਕਰਦੇ ਰਹੋ। ਸਾਰਾ ਦਾ ਸਾਰਾ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਹੈ ਤੁਹਾਡਾ ਰੈਡੀ ਹੈਗਾ ਆ ਕਿ ਤੁਸੀਂ ਜਿਹੜਾ ਆਪਣਾ ਗਿਆਨ ਹੈਗਾ ਆ, ਭਾਵੇਂ ਟੀਚਰ ਟ੍ਰੇਨਿੰਗ ਪ੍ਰੋਗਰਾਮ ਹੋਵੇ, ਭਾਵੇਂ ਆਪਣੇ ਸਕੂਲ ਦੇ ਵਿਦਿਆਰਥੀਆਂ ਤੁਸੀਂ ਖਿਲਾਰਦੇ ਜੇ, ਤੇ ਸਾਨੂੰ ਬਹੁਤ ਕੁਝ ਤੁਹਾਡੇ ਕੋਲ ਸਿੱਖਣ ਨੂੰ ਮਿਲਦਾ ਆ। ਧੰਨਵਾਦ ਦੇ 2 ਸ਼ਬਦਾਂ ਦੇ ਨਾਲ ਇਹਨੂੰ ਫਿਰ ਖਤਮ ਕਰੀਏ ਜੀ। ਰਾਜਵਿੰਦਰ ਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਸਰ, ਥੈਂਕ ਯੂ।